योग करो तंदुरुस्त रहो। ਨਿੱਘਾ ਜੀਆਂ ਨੂੰ ਮੈਂ ਕਮਲਪ੍ਰੀਤ ਕੌਰ ਗੱਲਾਂ ਤੇ ਗੀਤ ਪ੍ਰੋਗਰਾਮ ਦੇ ਵਿੱਚ। ਤੁਸੀਂ ਸੋਚਦੇ ਹੋਵੋਗੇ ਕਿ ਪਹਿਲੀ ਲਾਈਨ ਜਿਹੜੀ ਬੋਲੀ ਹੋਈ ਹੈ ਇਹ ਤਾਂ 16 ਆਨੇ ਸੱਚ ਹੈ। ਔਰ ਇਹ ਮੈਂ ਬੋਲੀ ਕਿਉਂ ਆ ਕਿਉਂਕਿ ਇਸ ਕਰਕੇ ਬੋਲੀ ਆ ਕਿਉਂਕਿ ਕਹਿੰਦੇ ਨੇ ਕਿ ਕਸਰਤ ਕਰਦੇ ਆ, ਯੋਗ ਕਰਦੇ ਆ ਸਰੀਰਿਕ ਦੀ ਤੰਦਰੁਸਤੀ ਲਈ। और शरीर तंदुरुस्त होएगा, दिमाग तंदुरुस्त होएगा, साडा आला दुआला तंदुरुस्त होएगा। चंगी सोच दे नाल असी समाज नूं पता नहीं कित्थे लै जावांगे, देश तरक्कियां ते होएगा। सो ये जद असी सर्कल दे बारे, प्रोसैस दे बारे सोचदे आ तां जड़ जिहड़ी हैगी आ शुरू कित्थों हुंदी है? तंदुरुस्ती तो। सो तंदुरुस्त असी हमेशा रहना चाहुंदे हाँ। असी अपनी तंदुरुस्ती दी कामनावां भी करदे आ। वड्डियां तो जदों आशीर्वाद लईदा ओह कहंदे आ जुग जुग जियो, तंदुरुस्त रहो। 21 जून ਸਾਰਿਆਂ ਨੂੰ ਯਾਦ ਹੈ ਅਸੀਂ ਮਨਾਉਂਦੇ ਹਾਂ ਇੰਟਰਨੈਸ਼ਨਲ ਯੋਗ ਡੇ। ਮਾਣਯੋਗ ਪ੍ਰਧਾਨ ਮੰਤਰੀ ਜੀ ਨੇ ਜਦੋਂ ਇਹਦੀ ਪਹਿਲ ਕੀਤੀ ਔਰ ਜਦੋਂ ਇਹਦੀ ਸ਼ੁਰੂਆਤ ਕੀਤੀ ਤਾਂ ਪਤਾ ਨਹੀਂ ਕਿੰਨੇ ਇੱਕ ਲੋਕ ਜੁੜ ਗਏ ਯੋਗ ਦੇ ਨਾਲ ਤੇ ਬਹੁਤ ਸਾਰੀਆਂ ਮੁਦਰਾਵਾਂ ਯੋਗ ਦੇ ਵਿੱਚ ਕੀਤੀਆਂ ਜਾਂਦੀਆਂ ਨੇ। ਪਰ ਕਈ ਵਾਰ ਮੇਰੇ ਵਰਗੇ ਨੂੰ ਪਤਾ ਨਹੀਂ ਹੁੰਦਾ ਕਿ ਮੁਦਰਾਵਾਂ ਕੀ ਹੁੰਦੀਆਂ ਨੇ, ਕਿੱਦਾਂ ਕੀਤੀਆਂ ਜਾਂਦੀਆਂ ਨੇ, ਕੀ ਲਾਹਾ ਹੈ ਇਹਨਾਂ ਦਾ ਔਰ ਕਿਹੜੇ ਸਮੇਂ ਕੀਤੀਆਂ ਜਾ ਸਕਦੀਆਂ ਨੇ। ਬਸ ਇਹਨਾਂ ਸਵਾਲਾਂ ਦੇ ਜਵਾਬ ਅੱਜ ਇਸ ਪ੍ਰੋਗਰਾਮ ਦੇ ਵਿੱਚ। ਔਰ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਜਾਣਕਾਰੀ ਦੇਣ ਦੇ ਲਈ ਸਾਡੇ ਵਿਚਕਾਰ ਪਹੁੰਚੇ ਨੇ ਡਾਕਟਰ ਰੂਪਾਲੀ ਜਿਹੜੇ ਕਿ ਯੋਗ ਐਕਸਪਰਟ ਨੇ, AMO ਨੇ ਗਵਰਨਮੈਂਟ ਆਯੁਰਵੈਦਿਕ ਡਿਸਪੈਂਸਰੀ ਰੇਰੂ ਤੋਂ। ਔਰ ਬਹੁਤ ਸਾਰੇ ਜਿਹੜੇ ਚੰਗੇ ਕੰਮ ਕਰ ਰਹੇ ਨੇ ਉਹਨਾਂ ਕੰਮਾਂ ਦੇ ਵਿੱਚੋਂ ਇੱਕ ਕੰਮ ਬਹੁਤ ਹੀ ਸ਼ਲਾਘਾਯੋਗ ਹੈ। ਪਤਾ ਨਹੀਂ ਕਿੰਨੀਆਂ ਕੁ ਔਰਤਾਂ ਨੂੰ ਇਹਨਾਂ ਨੇ ਜੋੜਿਆ ਹੋਇਆ ਹੈ ਆਪਣੇ ਨਾਲ। ਫ੍ਰੀ ਦੇ ਵਿੱਚ ਯੋਗ ਦੀ ਜਿਹੜੀ ਹੈ ਪਰਿਭਾਸ਼ਾ ਦੱਸਦੇ ਨੇ, ਯੋਗ ਕਿਵੇਂ ਕੀਤਾ ਜਾਂਦਾ ਹੈ, ਮੁਦਰਾਵਾਂ ਦੇ ਨਾਲ ਅਸੀਂ ਕਿੱਦਾਂ ਆਪਣੀਆਂ ਬਿਮਾਰੀਆਂ ਨੂੰ ਦੂਰ ਕਰ ਸਕਦੇ ਹਾਂ। ਸੋ ਉਹਨਾਂ ਨੂੰ ਤਾਂ ਇਹਨਾਂ ਨੇ ਸਰਵਿਸ ਦਿੱਤੀ ਤੇ ਅੱਜ ਇੱਥੇ ਆਪਣੀਆਂ ਸੇਵਾਵਾਂ ਯਾਨੀ ਕਿ ਸਾਨੂੰ ਕਰਕੇ ਦਿਖਾਉਣਗੇ ਔਰ ਦੱਸਣਗੇ ਕੀ ਲਾਹਾ ਅਸੀਂ ਲੈ ਸਕਦੇ ਹਾਂ ਯੋਗ ਮੁਦਰਾਵਾਂ ਤੋਂ। ਨਿੱਘਾ ਜੀ ਆਇਆਂ ਨੂੰ ਮੈਮ। ਡੀਡੀ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਤੇ ਸਤਿ ਸ਼੍ਰੀ ਅਕਾਲ ਜੀ। ਮੈਮ ਜਦੋਂ ਅਸੀਂ ਗੱਲ ਕਰਦੇ ਹਾਂ ਨਾ ਯੋਗ ਦੀ ਤੇ ਯੋਗ ਦੇ ਵਿੱਚ ਜਿਹੜੀਆਂ ਮੁਦਰਾਵਾਂ ਦੀ ਅਸੀਂ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸਾਨੂੰ ਤਾਂ ਇਹਨਾਂ ਦਾ ਅਰਥ ਦੱਸੋ ਹੁੰਦਾ ਕੀ ਹੈ? ਜਾਪਾਨ ਵਿੱਚ ਇੱਕ ਕਹਾਵਤ ਹੈ ਜਿਹਦੇ ਵਿੱਚ ਕਹਿੰਦੇ ਆ ਕਿ ਅਸੀਂ ਅਗਰ ਆਪਣੀ ਉਂਗਲੀਆਂ ਨੂੰ ਬਿਜ਼ੀ ਰੱਖਾਂਗੇ ਤੇ ਅਸੀਂ 100 ਸਾਲ ਦੇਖਾਂਗੇ। ਅੱਛਾ। ਤੇ ਇਹ ਕਹਾਵਤ ਸੱਚੀ ਹੁੰਦੀ ਹੈ ਮੁਦਰਾਵਾਂ ਨਾਲ। अष्टांग योग का एक बहुत ही महत्वपूर्ण अंग है मुद्रा। मुद्रा का अर्थ है कोई चिन्ह, कोई पोजीशन, कोई सिंबल, कोई पॉस्चर। ते ये ਜਿਹੜੇ ਪੋਸਚਰਸ ਹੈ ਇਹ ਅੱਖਾਂ ਦੇ ਵੀ ਹੋ ਸਕਦੇ ਹੈ, ਇਹ ਹੱਥਾਂ ਦੇ ਵੀ ਹੋ ਸਕਦੇ ਹੈ ਤੇ ਇਹ ਬਾਡੀ ਦੇ ਪੋਸਚਰ ਵੀ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਨ ਆਸਨ। ਠੀਕ ਹੈ। ਜਿਹੜੀ ਮੁਦਰਾ ਹੈ ਉਹ ਕਰਦੇ ਸਮੇਂ ਬੇਸਿਕਲੀ ਜਿਹੜੇ ਪ੍ਰਾਣ ਹੈ ਉਹਦੀ ਪ੍ਰਧਾਨਤਾ ਹੁੰਦੀ ਹੈ, ਜੋ ਇੰਦਰੀਆਂ ਹੈ ਉਹ ਗੌਣ ਰਹਿੰਦੀਆਂ, ਉਹ ਸੈਕੰਡਰੀ। ਲਾਈਕ ਜਦੋਂ ਅਸੀਂ ਆਸਨ ਕਰਨੇ ਹਾਂ ਤੇ ਅਸੀਂ ਬਾਡੀ ਦੀ ਇੰਦਰੀਆਂ ਜ਼ਿਆਦਾ ਯੂਜ਼ ਕਰਦੇ ਹਾਂ, ਬਾਡੀ ਪਾਰਟ ਸਾਡਾ ਆਈਜ਼, ਸਾਡੀ ਸ਼ਵਾਸ ਔਰ ਨੱਕ, ਕੰਨ, ਸੁਣਨਾ। ਪਰ ਜਦੋਂ ਅਸੀਂ ਮੁਦਰਾ ਪ੍ਰੈਕਟਿਸ ਕਰਦੇ ਹਾਂ ਤੇ ਅਸੀਂ ਪ੍ਰਾਣਾਂ ਦੇ ਉੱਤੇ ਜ਼ਿਆਦਾ ਫੋਕਸ ਕਰਦੇ ਹਾਂ। ਅੱਛਾ, ਮਤਲਬ ਸਵਾਸ ਤੇ ਅਸੀਂ ਜ਼ਿਆਦਾ ਆਪਣੇ ਜਾਂ ਜਿਹੜੀ ਸਾਡੀ ਇੰਟਰਨਲ ਐਕਟੀਵਿਟੀਜ਼ ਹੁੰਦੀਆਂ ਨੇ ਉਹਨਾਂ ਉੱਤੇ ਜ਼ਿਆਦਾ ਫੋਕਸ ਕਰਦੇ ਹਾਂ। ਰਾਈਟ। ਅਸ਼ਟਾਂਗ ਯੋਗ ਦੇ ਜਿਹੜੇ 8 ਪਾਰਟਸ ਹਨ ਉਹ ਹੈ ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ ਅਤੇ ਸਮਾਧੀ। ਇਹਦੇ ਵਿੱਚ ਯਮ, ਨਿਯਮ, ਆਸਨ ਤੇ ਜਿਹੜੇ ਪ੍ਰਾਣਾਯਾਮ ਹੈ ਇਹ ਬਹਿਰੰਗ ਹੈ, ਜਿਹੜੇ ਬਾਹਰਲੇ ਜਿਹੜੇ ਸਾਨੂੰ ਬਾਹਰਲੀ ਦੁਨੀਆ ਨਾਲ ਜੋੜਦੇ ਆ। ਕੋਈ ਡਿਸਿਪਲਿਨ ਹੈ ਕਿ ਅਸੀਂ ਕਿੱਦਾਂ ਬਾਡੀ ਨੂੰ ਐਕਟਿਵ, ਫਿਜ਼ੀਕਲੀ ਫਿਟ ਰੱਖਣਾ ਹੈ। ਲੇਕਿਨ ਜਿਹੜੇ ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ ਹੈ ਇਹ ਜਿਹੜੇ ਅੰਤਰੰਗ ਯੋਗ ਹੈ ਇਹ ਸਾਨੂੰ ਅੰਦਰ ਲੈ ਕੇ ਜਾਂਦੇ ਹਨ। ਅੱਛਾ ਜੀ। ਤੇ ਮੁਦਰਾ ਇਹਨਾਂ ਨੂੰ ਜੋੜਨ ਵਾਲਾ ਇੱਕ ਬ੍ਰਿਜ ਹੈ। ਓਕੇ, ਵਾਹ। ਅੱਛਾ, ਮਤਲਬ ਕਿ ਆਤਮਾ ਪਰਮਾਤਮਾ ਦੇ ਨਾਲ ਮਿਲਣ ਜਾਂ ਬਾਹਰਲੀਆਂ ਅਸੀਂ ਜੋ ਵੀ ਤੁਸੀਂ ਦੱਸਿਆ ਡਿਸਿਪਲਿਨ ਹੋ ਗਿਆ, ਪੰਕਚੁਅਲਿਟੀ ਹੋ ਗਿਆ, ਸਾਡਾ ਕਾਰ ਵਿਵਹਾਰ ਹੋ ਗਿਆ, ਉਹਨਾਂ ਨੂੰ ਜੋੜਦਾ ਹੈ ਮੁਦਰਾਵਾਂ, ਹੈ ਨਾ। ਤੇ ਜਦੋਂ ਇਹਦੀ ਇੰਪੋਰਟੈਂਸ ਦੀ ਗੱਲ ਕਰਦੇ ਆ, ਮਹੱਤਤਾ ਦੀ ਗੱਲ ਕਰਦੇ ਆ ਤੇ ਕੀ ਮਹੱਤਤਾ ਹੈ ਇਹਨਾਂ ਦੀ? ਦੇਖੋ ਅੱਜ ਕੱਲ ਸਾਰੇ ਲੋਕ ਇੰਨਾ ਬਿਜ਼ੀ ਹੈ ਕਿ ਸਾਡੇ ਕੋਲ ਟਾਈਮ ਨਹੀਂ ਹੈ। ਕਈ ਲੋਕ ਚਾਹ ਕੇ ਵੀ ਐਕਸਰਸਾਈਜ਼ ਨਹੀਂ ਕਰ ਸਕਦੇ। ਹੁਣ ਅਸੀਂ ਇੱਕ ਆਫਿਸ 'ਚ ਵਿਜ਼ਿਟ ਕੀਤਾ, ਸਾਰੇ ਇੰਨਾ ਬਿਜ਼ੀ ਕਿ ਬੈਠੇ ਉੱਠਣ ਦਾ ਵੀ ਟਾਈਮ ਨਹੀਂ ਹੈ। ਤੇ ਮੁਦਰਾ ਤੁਹਾਨੂੰ ਇੱਕ ਓਪਰਚੁਨਿਟੀ ਦਿੰਦੀ ਹੈ ਕਿ ਤੁਸੀਂ ਬੈਠੇ ਰਹੋਗੇ ਤੇ ਤੁਸੀਂ ਇੱਕ ਮੁਦਰਾ ਕਰ ਲਓਗੇ, ਕਿਸੇ ਨੂੰ ਪਤਾ ਵੀ ਨਹੀਂ ਹੋਏਗਾ ਕਿ ਤੁਸੀਂ ਐਕਸਰਸਾਈਜ਼ ਕਰ ਰਹੇ ਹੋ ਤੇ ਬੈਠੇ ਵੀ ਤੁਸੀਂ ਆਪਣੇ ਸਰੀਰ ਦਾ ਜਿਹੜਾ ਹੈ ਉਹ ਧਿਆਨ ਰੱਖ ਸਕਦੇ ਹੋ। ਅੱਛਾ ਜੀ। ਤੇ ਦੂਸਰੀ ਗੱਲ ਹੈ ਕਿ ਜਦੋਂ ਤੁਸੀਂ ਮੁਦਰਾ ਕਰਨਾ ਸੋਚ ਲਿੱਤਾ, ਲਾਈਕ ਤੁਸੀਂ ਇੱਕ ਕਮਿਟਮੈਂਟ ਕਰ ਲਿੱਤੀ ਆਪਣੇ ਨਾਲ ਕਿ ਮੈਂ ਹੁਣ ਮੁਦਰਾ
ਸ਼ੁਰੂ ਕਰਾਂਗੀ ਤੇ ਇਹ ਕਮਿਟਮੈਂਟ ਨਾਲ ਅਸੀਂ ਥੋੜਾ ਅਵੇਅਰ ਹੋ ਜਾਂਦੇ ਹਾਂ। ਠੀਕ ਹੈ। ਇਹ ਅਵੇਅਰਨੈਸ ਹੀ ਸਾਡੇ ਜਿਹੜੇ ਮਾਈਂਡ ਨੂੰ, ਸਾਡੇ ਨਰਵਸ ਸਿਸਟਮ ਨੂੰ ਤੇ ਜਿਹੜਾ ਹਾਰਮੋਨਲ ਗਲੈਂਡਸ ਨੂੰ ਪ੍ਰਭਾਵਿਤ ਕਰਦੀ ਹੈ। ਤੇ ਦੂਸਰਾ, ਮੁਦਰਾ ਇੱਕਦਮ ਐਕਟ ਕਰਦੀ ਹੈ। ਜਿਸ ਤਰ੍ਹਾਂ ਤੁਸੀਂ ਮੁਦਰਾ ਕਰਨੀ ਸ਼ੁਰੂ ਕੀਤੀ, ਜਿਹੜੀ ਸਾਈਡ ਤੋਂ ਮੁਦਰਾ ਤੁਸੀਂ ਕਰ ਰਹੇ ਹੋ ਉਸ ਦੇ ਆਪੋਜ਼ਿਟ ਸਾਈਡ ਦਾ ਜਿਹੜਾ ਹੈ ਉਹ ਪ੍ਰਭਾਵ ਇੱਕਦਮ ਤੁਹਾਨੂੰ ਦੇਖਣਾ ਸ਼ੁਰੂ ਹੋ ਜਾਏਗਾ, ਉਸੇ ਟਾਈਮ ਮਿਲੇਗਾ। ਇਹ ਬਾਰ-ਬਾਰ ਮੈਂ ਤੁਹਾਡੀਆਂ ਉਂਗਲਾਂ ਦੇਖ ਰਹੀ ਹਾਂ, ਤੁਸੀਂ ਮੁਦਰਾ ਕਰ ਰਹੇ, ਇਹ ਮੁਦਰਾ ਦਾ ਕੀ ਨਾਮ ਹੈ? ਇਹ ਜਿਹੜੀ ਬੜੀ ਇੰਪੋਰਟੈਂਟ ਮੁਦਰਾ ਕਰ ਰਹੀ ਹਾਂ, ਇਹ ਹੈ ਅਪਾਨ ਵਾਯੂ ਮੁਦਰਾ। ਅੱਛਾ ਜੀ। ਜਿਹੜੀ ਅੰਗੂਠੇ ਦੇ ਨਾਲ ਵਾਲੀ ਹੈ ਇੰਡੈਕਸ ਫਿੰਗਰ, ਇਹਨੂੰ ਜੋੜ ਲੈਣਾ ਹੈ ਤੇ ਅੰਗੂਠੇ ਦੇ ਬੇਸ ਤੇ ਲਗਾਉਣਾ ਹੈ। ਠੀਕ ਹੈ। ਅੰਗੂਠੇ ਦੀ ਇੰਡੈਕਸ ਉਂਗਲ ਮਤਲਬ ਕਿ ਜਿਹੜੀ ਪਹਿਲੀ ਹੈਗੀ ਆ, ਤਰਜਨੀ, ਹਾਂਜੀ। ਤੇ ਜਿਹੜੀ ਵਿਚਕਾਰਲੀ ਮੱਧਮਾ ਉਂਗਲੀ ਹੈ ਤੇ ਜਿਹੜੀ ਅਨਾਮਿਕਾ ਹੈ, ਇਹਨੂੰ ਅੰਗੂਠੇ ਦੇ ਟਿਪ ਨਾਲ ਅਸੀਂ ਜੋੜ ਲਵਾਂਗੇ। ਓਕੇ, ਠੀਕ ਹੈ। ਤੇ ਇਹ ਬਹੁਤ ਹੀ ਇੰਪੋਰਟੈਂਟ ਮੁਦਰਾ ਹੈ। ਅੱਜਕੱਲ ਜਿਵੇਂ ਕਿ ਹਾਰਟ ਅਟੈਕ ਦੇ ਬਹੁਤ ਕੇਸਿਸ ਵੱਧ ਗਏ ਹਨ। ਕਈ ਵਾਰ ਇੱਕਦਮ ਅਟੈਕ ਆਂਦਾ ਹੈ ਤੇ ਲੋਕਾਂ ਨੂੰ ਹਸਪੀਟਲ ਪਹੁੰਚਣ ਦਾ ਵੀ ਟਾਈਮ ਨਹੀਂ ਮਿਲਦਾ ਹੈ। ਕਈ ਵਾਰ ਜਿੱਦਾਂ ਅਸੀਂ ਕਹਿੰਦੇ ਹਾਂ ਕਿ ਐਸਪਿਰਿਨ ਹੋ, ਫਟਾਫਟ ਖਾ ਲਓ, ਕਿਹਾ ਜਾਂਦਾ ਹੈ ਇੱਕ ਲਾਈਫ ਸੇਵਿੰਗ ਡਰਗ ਹੈ, ਲੇਕਿਨ ਕਈ ਵਾਰ ਉਹ ਵੀ ਨਹੀਂ ਅਵੇਲੇਬਲ ਹੁੰਦੀ। ਤੇ ਇਹ ਮੁਦਰਾ ਕਰਕੇ ਐਟਲੀਸਟ ਤੁਸੀਂ ਹਸਪੀਟਲ ਪਹੁੰਚ ਜਾਓਗੇ। ਤੇ ਅਗਰ ਪੇਸ਼ੈਂਟ ਨਹੀਂ ਕਰ ਸਕਦਾ ਤੇ ਜਿਹੜੇ ਆਲੇ ਦੁਆਲੇ ਵਾਲੇ ਬੰਦੇ ਹੈ ਉਹ ਉਹਨਾਂ ਇਹ ਮੁਦਰਾ ਫਾਰਮ ਕਰ ਲੈਣ ਤੇ ਕਾਫੀ ਇਹਦਾ ਅੱਛਾ ਰਿਜ਼ਲਟ ਹੈ। ਤੇ ਕਲੀਨਿਕਲੀ ਵੀ ਅਸੀਂ ਵੇਖਿਆ ਹੈ ਕਿ ਜਿਹੜਾ ਬਲੱਡ ਪ੍ਰੈਸ਼ਰ ਹੈ ਉਹਨੂੰ ਲੋਅਰ ਕਰਨ ਵਾਸਤੇ ਇਹ ਮੁਦਰਾ ਬਹੁਤ ਇੰਪੋਰਟੈਂਟ ਹੈ। ਇੱਕਦਮ 10 mm ਆਫ Hg ਤੋਂ ਲੈ ਕੇ 20 mm ਤੱਕ ਇੱਕਦਮ ਅਸੀਂ ਫਰਕ ਜਿਹੜਾ ਹੈ ਉਹ ਆਪਣੀ ਕਲੀਨਿਕ 'ਚ ਵੇਖਿਆ ਹੈ। ਅੱਛਾ, ਮਤਲਬ ਜਿਹੜੇ ਬੀਪੀ ਹਾਈ ਦੇ ਪੇਸ਼ੈਂਟ ਨੇ ਹੈ ਨਾ, ਉਹ ਇਹ ਮੁਦਰਾ ਕਰ ਸਕਦੇ ਨੇ। ਜਿਨ੍ਹਾਂ ਨੂੰ ਹਾਰਟ ਅਟੈਕ ਦੀ ਪ੍ਰੋਬਲਮ ਹੈਗੀ ਆ, ਉਹ ਇਹ ਮੁਦਰਾ ਕਰ ਸਕਦੇ ਨੇ ਰੈਗੂਲਰ। ਬਿਲਕੁਲ, ਜਿਹੜੇ ਜਿਨ੍ਹਾਂ ਨੂੰ ਹਾਰਟ ਦੀ ਕੋਈ ਮੈਡੀਸਿਨ ਚੱਲ ਰਹੀ ਹੈ ਉਹ ਰੈਗੂਲਰਲੀ ਇਹ ਮੁਦਰਾ ਆਪਣੇ ਰੂਟੀਨ ਐਕਸਰਸਾਈਜ਼ ਵਿੱਚ ਪ੍ਰੈਕਟਿਸ ਕਰਨ। ਠੀਕ ਹੈ। ਵੈਸੇ ਜਦੋਂ ਅਸੀਂ ਗੱਲ ਕਰਦੇ ਆ ਨਾ ਕਿ ਮੁਦਰਾ ਹੈ ਨਾ, ਤੇ ਮੈਨੂੰ ਲੱਗਦਾ ਕਿ ਬਹੁਤ ਤਰ੍ਹਾਂ ਦੀਆਂ ਹੁੰਦੀਆਂ ਨੇ। ਕੋਈ ਐਦਾਂ ਕਰਕੇ ਬੈਠਦਾ ਹੁੰਦਾ ਹੈ, ਕੋਈ ਐਦਾਂ ਕਰਕੇ ਬੈਠਦਾ, ਜਿੱਦਾਂ ਤੁਸੀਂ ਕਰਕੇ ਦਿਖਾਈ ਹੈਗੀ ਆ ਨਾ। ਕਿੰਨੇ ਤਰ੍ਹਾਂ ਦੀਆਂ ਹੋਰ ਹੁੰਦੀਆਂ ਨੇ ਮੁਦਰਾਵਾਂ? ਮੁਦਰਾ ਜਿਹੜੀ ਕਲਾਸੀਫਾਈ ਕੀਤੀ ਗਈ ਹੈ ਹਠ ਯੋਗ ਵਿੱਚ 25 ਮੁਦਰਾ ਦਾ ਵਰਣਨ ਕੀਤਾ ਗਿਆ ਹੈ। ਠੀਕ ਹੈ। ਮੁਦਰਾ ਦੋ ਤਰ੍ਹਾਂ ਦੀ ਹੁੰਦੀ। ਇੱਕ ਹੁੰਦੀ ਤੱਤਵਾਂ ਦਾ ਨਿਯਮਨ ਕਰਨ ਵਾਲੀ, ਜਿੱਦਾਂ ਸਾਡੇ ਪੰਜ ਮਹਾਭੂਤ ਥਿਊਰੀ ਹੈ, ਆਕਾਸ਼, ਵਾਯੂ, ਅਗਨੀ, ਜਲ, ਪ੍ਰਿਥਵੀ। ਇਹਨਾਂ ਨੂੰ ਕਿੱਦਾਂ ਕੰਟਰੋਲ ਕਰਨਾ ਹੈ, ਇਹਨਾਂ ਵਿੱਚ ਜਿਹੜਾ ਇੰਬੈਲੈਂਸ ਹੈ ਉਹ ਕਿਸ ਤਰ੍ਹਾਂ ਦੂਰ ਕਰਨਾ ਹੈ, ਉਹ ਮੁਦਰਾ। ਦੂਸਰੀ ਮੁਦਰਾ ਹੁੰਦੀ ਹੈ ਜਿਹੜੀ ਅਧਿਆਤਮਿਕ ਹੁੰਦੀ ਹੈ, ਜਿਹੜੀ ਕੁੰਡਲਿਨੀ ਜਾਗਰਣ ਜਿਸ ਨੂੰ ਅਸੀਂ ਕਹਿੰਦੇ ਆ, ਜੋ ਸਪਿਰਿਚੁਅਲਿਟੀ ਦੀ ਸਾਈਡ ਸਾਨੂੰ ਲੈ ਕੇ ਜਾਂਦੀ ਹੈ, ਉਹ ਡਿਫਰੈਂਟ ਮੁਦਰਾ ਹੁੰਦੀ ਹੈ। ਅੱਛਾ ਜੀ, ਠੀਕ ਹੈ। ਮਤਲਬ ਇਹ ਅਸੀਂ ਜਦੋਂ ਉਂਗਲਾਂ ਦੀ ਗੱਲ ਕਰਦੇ ਹੈਗੇ ਆ ਨਾ, ਤੇ ਮੈਨੂੰ ਲੱਗਦਾ ਕਿ ਵੱਖ-ਵੱਖ ਉਂਗਲਾਂ ਦੀ ਆਪਣੀ ਮਹੱਤਤਾ ਹੁੰਦੀ ਹੈ। ਤੇ ਇਹ ਪੰਜ ਉਂਗਲਾਂ ਕਿੱਦਾਂ ਕੰਮ ਕਰਦੀਆਂ ਨੇ, ਇਹ ਵੀ ਦੱਸਿਆ ਜਾਵੇ। ਦੇਖੋ, ਇਹ ਜਿਹੜੀ ਵਿਚਕਾਰਲੀ ਉਂਗਲੀ ਹੈ ਇਹ ਕਰਦੀ ਹੈ ਆਕਾਸ਼ ਤੱਤਵ ਨੂੰ ਇੰਡੀਕੇਟ। ਠੀਕ ਹੈ। ਉਸ ਦੇ ਨਾਲ ਵਾਲੀ ਹੈ ਵਾਯੂ, ਅੰਗੂਠਾ ਅਗਨੀ, ਛੋਟੀ ਉਂਗਲੀ ਜਿਹੜੀ ਹੈ ਉਹ ਜਲ, ਤੇ ਇਹ ਵਾਲੀ ਉਂਗਲੀ ਜਿਹੜੀ ਹੈ ਰਿੰਗ ਫਿੰਗਰ ਜਾਂ ਅਨਾਮਿਕਾ ਜਿਸ ਨੂੰ ਅਸੀਂ ਕਹਿੰਦੇ, ਇਹ ਪ੍ਰਿਥਵੀ। ਇਹ ਪੰਜ ਮਹਾਭੂਤਾਂ ਨੂੰ ਇੰਡੀਕੇਟ ਕਰਦੀ ਹੈ। ਇਨ ਮੁਦਰਾ ਨੂੰ ਡਿਫਰੈਂਟ ਵੇ ਨਾਲ ਅਸੀਂ ਮੋੜ ਕਰ ਅਸੀਂ ਇਹ ਤੱਤਵਾਂ ਦੇ ਇੰਬੈਲੈਂਸਿਸ ਨੂੰ ਠੀਕ ਕਰ ਸਕਦੇ ਹਾਂ। ਓਕੇ, ਠੀਕ ਹੈ। ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਕਿ ਜਿਹੜੀ ਮੁਦਰਾ ਤੁਸੀਂ ਪਹਿਲਾਂ ਦੱਸੀ ਹੈਗੀ ਆ, ਉਹ ਮੁਦਰਾ ਕਰਕੇ ਆਪਾਂ ਜਿਹੜੇ ਹਾਰਟ ਪੇਸ਼ੈਂਟ ਨੇ ਉਹ ਜਿਹੜੇ ਹਾਰਟ ਅਟੈਕ ਤੋਂ ਬਚਾਅ ਕਰ ਸਕਦੇ ਨੇ ਆਪਣਾ, ਤੇ ਬੀਪੀ ਜਿਨ੍ਹਾਂ ਦਾ ਹਾਈ ਹੋ ਜਾਂਦਾ ਹੈ ਉਹਨਾਂ ਤੋਂ ਵੀ ਬਚਾਅ ਹੋ ਸਕਦਾ ਹੈ। ਤੇ ਸੱਚੀ ਇਹ ਮੁਦਰਾਵਾਂ ਬਹੁਤ ਕੰਮ ਕਰਦੀਆਂ ਨੇ, ਤੇ ਜੇ ਕੰਮ ਕਰਦੀਆਂ ਨੇ, ਅਸਰ ਪਾਉਂਦੀਆਂ ਨੇ, ਤੇ ਕਿੰਨਾ ਕੁ ਅਸਰ ਜਲਦੀ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ? ਦੇਖੋ, ਇਹ ਕਈ ਵਾਰ ਸਾਨੂੰ ਥੋੜਾ ਡਾਊਟ ਹੁੰਦਾ ਹੈ ਕਿ ਕਿੱਦਾਂ ਇਹ ਤੇ ਝੂਠ ਹੈ, ਕਿੱਦਾਂ ਹੋ ਸਕਦਾ ਹੈ ਕਿ ਹੱਥਾਂ ਨਾਲ ਅਸੀਂ ਸਾਰੀ ਬ੍ਰੇਨ ਨੂੰ ਜਾਂ ਸਾਰੀ ਡਿਜ਼ੀਜ਼ਸ ਨੂੰ ਕੰਟਰੋਲ ਕਰੀਏ। ਦੇਖਿਏ, ਜਿਹੜਾ ਬ੍ਰੇਨ ਹੈ ਉਹਦੇ ਵਿੱਚੋਂ ਸਪਾਈਨਲ ਕਾਰਡ ਨਿਕਲਦੀ ਹੈ। ਸਪਾਈਨਲ ਕਾਰਡ ਤੋਂ ਕਿੰਨੀ ਨਾੜੀਆਂ, ਜਿਹੜਾ ਉਹਨਾਂ ਦਾ ਜਾਲ ਪੂਰੇ ਬਾਡੀ 'ਚ ਫੈਲਦਾ ਹੈ। ਤੇ ਜਿਹੜੇ ਟਿਪਸ ਹਨ ਉਹਦੇ ਵਿੱਚ ਬਿਲਕੁਲ ਜਿਹੜੇ ਵਰਟੀਬਰਲ ਫੋਰਾਮਿਨਾ 'ਚੋਂ ਨਰਵ ਪਾਥਵੇ ਨਿਕਲਦੇ, ਬਿਲਕੁਲ ਪਤਲੇ ਪਤਲੇ ਰੇਸ਼ੇ ਇਹ ਐਂਡਸ ਵਿੱਚ ਪ੍ਰੈਜ਼ੈਂਟ ਹੁੰਦੇ ਆ। ਅੱਛਾ, ਸਾਡੇ ਪੋਟਿਆਂ 'ਚ ਹੁੰਦੇ। ਬਿਲਕੁਲ। ਜਿਸ ਤਰ੍ਹਾਂ ਅਸੀਂ ਦੇਖੋ, ਕਈ ਵਾਰ ਸਾਡੇ ਪਾਰਟ 'ਚ ਕਿਤੇ ਵੀ ਅਗਰ ਕਿੱਲ ਚੁੱਭ ਜਾਏ ਜਾਂ ਪੱਥਰ ਚੁੱਭ ਜਾਏ ਜਾਂ ਮੱਖੀ, ਸਾਡਾ ਇੱਕਦਮ ਹੱਥ ਹੀ ਜਾਏਗਾ। ਹਾਂਜੀ। ਤੇ ਤੁਸੀਂ ਦੇਖੋ ਕਿ ਇਹੀ ਚੀਜ਼ ਸਾਨੂੰ ਇੰਡੀਕੇਟ ਕਰਦੀ ਹੈ ਕਿ ਸਾਡੀ ਬਾਡੀ
ਜਿਹੜੀ ਫਿੰਗਰਸ ਹੈ ਉਹ ਪੂਰੇ ਬਾਡੀ ਦੇ ਪਾਰਟਸ ਨਾਲ ਕਨੈਕਟਡ ਹੈ। ਤੋ ਇਹੀ ਮੁਦਰਾਵਾਂ ਨਾਲ ਅਸੀਂ ਬਾਡੀ ਨੂੰ ਦੇ ਡਿਜ਼ੀਜ਼ਸ ਨੂੰ ਕੰਟਰੋਲ ਕਰ ਸਕਦੇ ਹਾਂ। ਠੀਕ ਹੈ। ਜਿਵੇਂ ਸਾਨੂੰ ਕਈ ਵਾਰ ਗੁੱਸਾ ਆਉਂਦਾ ਹੈ ਤੇ ਅਸੀਂ ਕੀ ਕਰਦੇ ਹਾਂ, ਅਸੀਂ ਮੁੱਠੀ ਬਣਾ ਲਵਾਂਗੇ। ਕਿਸੇ ਦੀ ਇਨਸਲਟ ਕਰਨੀ ਹੈ, ਅਸੀਂ ਉਹਨੂੰ ਇਦਾਂ ਹੱਥ ਕਰਦੇ ਹਾਂ। ਖੁਸ਼ੀ ਹੁੰਦੀ ਅਸੀਂ ਕਲੈਪਿੰਗ ਕਰਨੇ ਆ। ਤੇ ਇਹ ਜਿਹੜੀ ਮੁਦਰਾ ਹੈ ਇਹ ਸਾਨੂੰ ਇਹ ਭਾਵ ਦਰਸਾਉਂਦੀ ਹੈ, ਇਹ ਸਾਡੀ ਚੇਤਨਾ ਦੇ ਸਤਰ ਨੂੰ ਦਰਸਾਉਂਦੀ ਹੈ। ਤੇ ਇਹੀ ਜਿਹੜੀ ਟ੍ਰਿਕ ਹੈ, ਅਸੀਂ ਉਲਟਾ ਕਰਕੇ ਅਸੀਂ ਇਹ ਮੁਦਰਾ ਬਣਾ ਕੇ ਅਸੀਂ ਬਾਡੀ ਦੇ ਜਿਹੜੇ ਇੰਬੈਲੈਂਸ ਹੈ, ਬਾਡੀ ਦੀ ਬਿਮਾਰੀ ਹੈ, ਉਹਨੂੰ ਅਸੀਂ ਦੂਰ ਕਰ ਸਕਦੇ ਹਾਂ। ਡਾਕਟਰ ਸਾਹਿਬਾ, ਤੁਸੀਂ ਬਿਮਾਰੀ ਦੀ ਗੱਲ ਕੀਤੀ ਹੈ ਨਾ, ਬਹੁਤ ਸਾਰੀਆਂ ਅੱਜ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਇੱਕ ਮਨੁੱਖ ਨੂੰ ਗ੍ਰਸਤ ਕਰੀ ਜਾਂਦੀਆਂ ਨੇ। ਨਿੱਕੀਆਂ ਨਿੱਕੀਆਂ ਬਿਮਾਰੀਆਂ ਨੇ ਜਿਹੜੀਆਂ ਵੱਡੀਆਂ ਦਾ ਕਾਰਨ ਬਣ ਜਾਂਦੀਆਂ ਨੇ। ਸਭ ਤੋਂ ਪਹਿਲਾਂ ਤਾਂ ਜਿਹੜੀ ਆਮ ਅਸੀਂ ਅੱਜ ਕੱਲ੍ਹ ਸੁਣਨ ਨੂੰ ਮਿਲਦੀ ਹੈ, ਨਿੱਕੇ ਜਿਹੇ ਬੱਚੇ ਤੋਂ ਲੈ ਕੇ ਵੱਡੇ ਬੱਚੇ ਤੱਕ ਹੈ ਨਾ, ਅਸੀਂ ਜਿਹੜੀ ਹੈਗੀ ਆ ਉਹ ਸਿਰ ਦਰਦ ਦੀ ਹੈ ਨਾ ਜਿਹੜੀ ਬਿਮਾਰੀ ਹੈ ਉਹ ਬੱਚਿਆਂ ਦੇ ਵਿੱਚ ਜਾਂ ਵੱਡਿਆਂ ਦੇ ਵਿੱਚ ਬਹੁਤ ਜ਼ਿਆਦਾ ਹੈ। ਸ਼ਾਇਦ ਸਾਡਾ ਲਾਈਫ ਸਟਾਈਲ ਇੱਦਾਂ ਦਾ ਹੋ ਗਿਆ ਹੈ ਕਿ ਅਸੀਂ ਜਾਂ ਆਪਣੇ ਆਪ ਤੇ ਬਹੁਤ ਸਟ੍ਰੈਸ ਲੈ ਲੈਂਦੇ ਹਾਂ। ਸਿਰ ਜਦੋਂ ਪੀੜ ਕਰਦਾ ਹੈ ਤਾਂ ਉਸ ਸਮੇਂ ਕਿਹੜੀ ਮੁਦਰਾ ਸਾਨੂੰ ਕਰਨੀ ਚਾਹੀਦੀ ਹੈ ਤਾਂ ਕਿ ਸਾਨੂੰ ਜਿਹੜਾ ਹੈਗਾ ਉਹ ਪੇਨ ਤੋਂ ਰਿਲੈਕਸ ਮਿਲ ਸਕੇ? ਇਹ ਮੁਦਰਾ ਦੱਸਣ ਤੋਂ ਪਹਿਲੇ ਇੱਕ ਮੈਂ ਚੀਜ਼ ਸ਼ੇਅਰ ਕਰਨਾ ਚਾਹਾਂਗੀ ਕਿ ਜਦੋਂ ਵੀ ਤੁਸੀਂ ਇਹ ਸੋਚੋ ਕਿ ਅਸੀਂ ਮੁਦਰਾ ਕਰਨੀ ਹੈ, ਯੂ ਆਰ ਕਮਿਟਡ, ਤੇ ਤੁਸੀਂ 3 ਚੀਜ਼ਾਂ ਦਾ ਧਿਆਨ ਰੱਖਣਾ ਹੈ। ਇੱਕ ਆਪਣਾ ਖਾਣ ਪਾਨ, ਇੱਕ ਆਪਣੀ ਐਕਸਰਸਾਈਜ਼ ਤੇ ਇੱਕ ਆਪਣੀ ਨੀਂਦ। ਕਿਉਂਕਿ 60% ਜਿਹੜਾ ਕੰਮ ਹੈ ਉਹ ਸਾਡੇ ਖਾਣ ਪਾਨ ਦਾ ਹੈ। ਜਿਹੜਾ 30% ਹੈ ਐਕਸਰਸਾਈਜ਼ ਤੇ ਨੀਂਦ ਦੀ ਮਹੱਤਤਾ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਹਾਂ। ਤੇ ਪਹਿਲੇ ਅਗਰ ਇਹ ਚੀਜ਼ ਠੀਕ ਰਹੇਗੀ, ਅੱਧਾ ਕੰਮ ਇਹੀ ਹੋ ਜਾਏਗਾ। ਦੂਸਰਾ, ਬਹੁਤ ਜ਼ਿਆਦਾ ਜਦੋਂ ਸਿਰ ਦਰਦ ਤੁਸੀਂ ਕਿਹਾ ਮਾਈਗ੍ਰੇਨ ਹੋ ਗਈ, ਤੇ ਉਹਦੇ ਵਾਸਤੇ ਇੱਕ ਹੈ ਮਹਾਸ਼ਿਰ ਮੁਦਰਾ। ਜਿਹੜੀ ਸਾਡੀ ਅਨਾਮਿਕਾ ਹੈ, ਇਹਨੂੰ ਅਸੀਂ ਅੰਗੂਠੇ ਦੇ ਮੂਲ ਭਾਗ 'ਚ ਲਗਾਉਣਾ ਹੈ। ਠੀਕ ਹੈ। ਅੰਗੂਠਾ ਪ੍ਰੈਸ ਤੇ ਅੰਗੂਠੇ ਦੇ ਜਿਹੜੇ ਨਾਲ ਵਾਲੀ ਇੰਡੈਕਸ ਫਿੰਗਰ ਹੈ ਤੇ ਵਿਚਕਾਰਲੀ ਫਿੰਗਰ ਹੈ, ਇਹਨੂੰ ਜੋੜਾਂਗੇ। ਅੱਛਾ, ਠੀਕ ਹੈ। ਆਪਸ ਵਿੱਚ ਮਿਲਾ ਕੇ, ਤੇ ਇਹ ਹੈ ਮਹਾਸ਼ਿਰ ਮੁਦਰਾ। ਅੱਛਾ, ਠੀਕ ਹੈ, ਠੀਕ ਹੈ। ਇਹ ਮੁਦਰਾ ਨਾਲ ਹੈਡੇਕ ਇੱਕਦਮ ਠੀਕ ਹੋ ਜਾਂਦਾ ਹੈ। ਅਗਰ ਫਿਰ ਵੀ ਬਹੁਤ ਅਟੈਕ ਤੁਹਾਨੂੰ ਲੱਗ ਰਿਹਾ ਕਿ ਨਹੀਂ ਫਰਕ ਪੈ ਰਿਹਾ, ਇੱਕ ਤੋਲੀਆ ਲੈ ਕੇ ਉਹਨੂੰ ਪਾਣੀ 'ਚ ਸੋਕ ਕਰੋ, ਥੋੜਾ ਵਿਨੇਗਰ ਪਾਓ, ਨਿਚੋੜ ਕੇ ਆਪਣੇ ਪੈਰ ਪੂਰੇ ਕਵਰ ਕਰ ਲੈਣੇ ਆ ਉਸ ਤੋਲੀਏ ਨਾਲ। ਫਿਰ ਸਾਡੇ ਇਹ ਜਿਹੜੀ ਇੰਡੈਕਸ ਅੰਗੂਠੇ ਦੇ ਨਾਲ ਵਾਲੀ ਇੰਡੈਕਸ ਫਿੰਗਰ ਤੇ ਮਿਡਲ ਫਿੰਗਰ ਨੂੰ ਜੋੜ ਕੇ ਗਰਦਨ ਦੇ ਪਿੱਛੇ ਹਲਕੀ ਹਲਕੀ ਮਸਾਜ ਕਰੋ। ਤੇ ਇੱਥੇ ਤੇ ਫਰੰਟਲ ਸਾਈਨਸ ਹੁੰਦਾ, ਇੱਥੇ ਗੋਲ ਗੋਲ ਮਸਾਜ ਕਰੋ। ਠੀਕ ਹੈ। ਉਸ ਦੇ ਬਾਅਦ ਇਹ ਵਾਲੀ ਮੁਦਰਾ ਪ੍ਰੈਕਟਿਸ ਕਰੋ, ਸਿਰ ਦਰਦ 'ਚ ਇੱਕਦਮ ਆਰਾਮ ਆਏਗਾ। ਸਿਰਕੇ ਦੀ ਗੱਲ ਕੀਤੀ, ਜਿਹੜਾ ਤੌਲੀਏ ਦੇ ਵਿੱਚ ਆਪਾਂ ਪਾਣੀ ਪਾ ਕੇ ਸਿਰਕਾ ਪਾਉਣਾ ਹੈਗਾ ਆ, ਉਹ ਸਿਰਕਾ ਕਿਹੜਾ ਹੋਣਾ ਚਾਹੀਦਾ? ਕਈ ਵਾਰ ਹੁੰਦਾ ਐਪਲ ਦਾ ਆਵੇਂ ਮਿਲ ਜਾਂਦਾ। ਠੀਕ ਹੈ, ਗੰਨੇ ਦਾ ਸਿਰਕਾ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ। ਠੀਕ ਹੈ, ਉਹਨੂੰ ਆਪਾਂ ਪਾ ਕੇ ਥੋੜੀ ਰਿਲੈਕਸੇਸ਼ਨ ਹੋ ਸਕਦੀ ਹੈ। ਅੱਛਾ, ਤੁਸੀਂ ਕਿਹਾ ਸੀ ਕਿ 3 ਗੱਲਾਂ ਦਾ ਸਾਨੂੰ ਖਾਸ ਧਿਆਨ ਰੱਖਣਾ ਪਏਗਾ। ਪਹਿਲਾਂ ਤਾਂ ਹੋ ਗਿਆ ਸਾਡਾ ਖਾਣ ਪੀਣ, ਹੈ ਨਾ। ਅੱਜ ਕੱਲ੍ਹ ਅਸੀਂ ਕਹਿੰਦੇ ਹਾਂ ਕਿ ਖਾਣ ਪੀਣ ਸਾਡਾ ਇੱਦਾਂ ਦਾ ਹੋ ਗਿਆ, ਸਾਨੂੰ ਪਚਦਾ ਹੀ ਨਹੀਂ ਕੁਛ ਵੀ। ਅਸੀਂ ਅੱਗੇ ਹੁੰਦਾ ਸੀਗਾ ਕਿ 3-3 4-4 ਰੋਟੀਆਂ ਨੱਠਦੇ ਭੱਜਦੇ ਖਾ ਲੈਣੀਆਂ, ਪਚ ਜਾਣੀਆਂ ਝੱਟ ਹੀ। ਅੱਜ ਕੱਲ੍ਹ ਇਹ ਸਮੱਸਿਆ ਹੋ ਗਈ ਹੈ। ਦੇਖਿਆ ਜਾਵੇ ਲੋਕਾਂ ਦੇ ਵਿੱਚ ਐਸਿਡ ਬਹੁਤ ਬਣਨਾ ਸ਼ੁਰੂ ਹੋ ਗਿਆ, ਉਹਨਾਂ ਨੂੰ ਐਸਿਡ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਗਈ ਹੈ। ਸਵੇਰ ਨੂੰ ਉੱਠਦੇ ਖਾਲੀ ਪੇਟ ਜਿਹੜੀ ਹੈਗੀ ਦਵਾਈ ਉਹ ਖਾਂਦੇ ਨੇ। ਕੀ ਮਤਲਬ ਖਾਣ ਪੀਣ ਸਾਡਾ ਜੇ ਸਹੀ ਵੀ ਹੈ, ਉਹ ਪਚ ਜਾਵੇ ਸਾਨੂੰ, ਉਹਦੇ ਲਈ ਕੋਈ ਮੁਦਰਾ ਹੈ? ਰਾਈਟ, ਉਹਦੇ ਵਾਸਤੇ ਹੈ ਇੱਕ ਪੁਸ਼ਾਨ ਮੁਦਰਾ। ਇਹ ਮੁਦਰਾ 2 ਤਰੀਕੇ ਨਾਲ ਅਸੀਂ ਕਰ ਸਕਦੇ ਹਾਂ, ਬਿਕੋਜ਼ ਜਿਹੜਾ ਸਾਡਾ GI ਟਰੈਕਟ ਹੈ, ਜਿਹੜੀ ਸਾਡੀ ਆਂਤੜੀਆਂ ਹੈ, ਉਹ 2 ਪਾਰਟ ਵਿੱਚ ਡਿਵਾਈਡਡ ਹੈ, ਅੱਪਰ ਤੇ ਲੋਅਰ। ਅੱਪਰ ਵਿੱਚ ਜਿਹੜਾ ਸਟਮਕ ਦੇ ਉੱਪਰ ਵਾਲਾ ਏਰੀਆ ਆਉਂਦਾ ਹੈ, ਬਾਕੀ ਜਿਹੜਾ ਲੋਅਰ ਜਿਹੜਾ ਪੇਟ ਦੇ ਥੱਲੇ ਵਾਲਾ ਏਰੀਆ। ਠੀਕ ਹੈ। ਤੇ ਪੁਸ਼ਾਨ ਮੁਦਰਾ ਕਰਨ ਵਾਸਤੇ ਅਸੀਂ ਪਹਿਲੇ ਜਿਹੜੇ ਖੱਬੇ ਹੱਥ ਨਾਲ ਅਸੀਂ ਕਰਾਂਗੇ ਅਪਾਨ ਮੁਦਰਾ। ਠੀਕ ਹੈ। ਅੰਗੂਠਾ ਤੇ ਵਿਚਕਾਰਲੀ 2 ਫਿੰਗਰਸ ਨੂੰ ਜੋੜ ਲੈਣਾ ਹੈ। ਇਹ ਅਸੀਂ ਕਰਨਾ ਹੈ ਖੱਬੇ ਹੱਥ ਨਾਲ। ਠੀਕ ਹੈ, ਖੱਬੇ ਹੱਥ ਨਾਲ। ਠੀਕ ਹੈ। ਤੇ ਸੱਜੇ ਹੱਥ ਨਾਲ ਅਗਰ ਸਾਨੂੰ ਉੱਪਰ ਐਸਿਡਿਟੀ ਦੀ ਪ੍ਰੋਬਲਮ ਹੈ, ਪੇਟ ਵਿੱਚ ਖਾਦਾ ਬਹੁਤ ਹੈਵੀ ਪਚ ਨਹੀਂ ਰਿਹਾ, ਤੇ ਜਿਹੜਾ ਅੰਗੂਠਾ ਹੈ, ਅੰਗੂਠੇ ਦੇ ਨਾਲ ਇਹ 2 ਫਿੰਗਰਸ ਨੂੰ ਅਸੀਂ ਜੋੜ ਲਈਏ। ਠੀਕ ਹੈ। ਠੀਕ ਹੈ। ਤੇ ਇਹ ਜਿਹੜੀ ਬੰਦੀ ਹੈ, ਮਿਲ ਕੇ ਬੰਦੀ ਹੈ ਪੁਸ਼ਾਨ ਮੁਦਰਾ। ਅਸੀਂ ਬੈਠਣਾ ਐਵੇਂ ਹੀ ਹੈ ਜਿਵੇਂ ਤੁਸੀਂ ਹੱਥ ਕੀਤੇ ਹੋਏ ਨੇ? ਤੁਸੀਂ ਨਾਰਮਲ ਐਵੇਂ ਵੀ ਕਰ ਸਕਦੇ ਹੋ। ਹਾਂਜੀ, ਜਦੋਂ ਵੀ ਮੁਦਰਾ ਕਰਨੀ ਹੈ ਕਮਰ ਸਿੱਧੀ ਕਰਕੇ ਤੇ ਬਾਡੀ ਦੇ ਪੋਸਚਰ ਸਿਮੈਟ੍ਰੀਕਲ ਹੋਣਾ ਚਾਹੀਦਾ ਹੈ। ਲਾਈਕ ਅਗਰ ਮੈਂ ਕੁਰਸੀ ਤੇ ਬੈਠੀ ਹਾਂ ਤੇ ਮੇਰੇ ਮੇਕ ਸ਼ੋਰ ਕਿ ਪੈਰ ਜਿਹੜੇ ਹੋ ਜ਼ਮੀਨ ਨੂੰ ਸਿਮੈਟ੍ਰੀਕਲ ਟੱਚ ਕਰੋ। ਜਿਸ ਤਰ੍ਹਾਂ ਤੁਸੀਂ ਇਦਾਂ ਬੈਠ ਕੇ ਮੁਦਰਾ ਕਰੋਗੇ ਉਹ ਇਫੈਕਟ ਨਹੀਂ ਆਏਗਾ। ਬਿਲਕੁਲ ਪਿੱਠ ਸਿੱਧੀ ਕਰਕੇ ਹੱਥ ਇਦਾਂ ਰੱਖੋ। ਇਸੇ ਤਰ੍ਹਾਂ ਅਗਰ ਤੁਸੀਂ ਲੇਟ ਕੇ ਕਰਨਾ ਹੈ ਤੇ ਮੇਕ ਸ਼ੋਰ ਕਿ ਸਿੱਧਾ ਲੇਟੋ
ਅਗਰ ਨੈਕ 'ਚ ਕੁਝ ਪ੍ਰੋਬਲਮ ਹੋ ਰਹੀ ਹੈ, ਤੁਸੀਂ ਹਲਕਾ ਜਿਹਾ ਪਿੱਲੋ ਰੱਖ ਸਕਦੇ ਹੋ, ਲੱਤਾਂ ਦੇ ਥੱਲੇ ਰੱਖ ਸਕਦੇ ਹੋ ਅਗਰ ਜ਼ਿਆਦਾ ਟਾਈਮ ਤੱਕ ਤੁਹਾਨੂੰ ਲੇਟਣਾ ਪੈ ਰਿਹਾ ਹੈ। ਅਗਰ ਖੜੇ ਹੋ ਕੇ ਮੁਦਰਾ ਕਰਨੀ ਹੈ ਤੇ ਮੇਕ ਸ਼ੋਰ ਕਿ ਲੱਤਾਂ ਦੇ ਵਿੱਚ ਜਿਹੜੀ ਹੈ ਸ਼ੋਲਡਰ ਲੈਂਥ ਦੀ ਕੰਧੇ ਦੇ ਬਰਾਬਰ ਦੀ ਹੋਵੇ, ਦੂਰੀ ਹੋਵੇ। ਹਾਂਜੀ, ਤੇ ਚਲਦੇ ਫਿਰਦੇ ਵੀ ਮੁਦਰਾ ਅਸੀਂ ਕਰ ਸਕਦੇ ਹਾਂ, ਪਰ ਇਹ ਹੈ ਕਿ ਬਹੁਤ ਆਰਾਮ ਨਾਲ ਟਹਿਲੋ, ਇੱਕ ਫਲੋ ਵਿੱਚ। ਇਹ ਨਹੀਂ ਕਿ ਦੌੜੋ, ਕਦੇ ਭੱਜੋ, ਕਦੇ ਸਲੋ ਚਲੋ, ਇਹ ਨਹੀਂ। ਇੱਕ ਰਿਦਮਿਕ ਮੂਵਮੈਂਟ ਤੁਸੀਂ ਕਰਕੇ ਤੇ ਇਹ ਮੁਦਰਾ ਤੁਸੀਂ ਕਰ ਸਕਦੇ ਹੋ। ਤਾਂ ਜਿਹੜੀ ਇਹ ਮੁਦਰਾ ਹੈ, ਜਦੋਂ ਅਸੀਂ ਛੋਟੀ ਉਂਗਲੀ ਤੇ ਅਨਾਮਿਕਾ ਨੂੰ ਜੋੜਨਾ ਹੈ, ਇਹ ਰਹਿੰਦੀ ਹੈ ਜਦੋਂ ਸਾਨੂੰ ਐਸਿਡਿਟੀ ਬਹੁਤ ਜ਼ਿਆਦਾ ਹੈ। ਠੀਕ ਹੈ। ਤੇ ਅਗਰ ਸਾਨੂੰ ਪੇਟ ਦੇ ਜਿਹੜੇ ਥੱਲੜੇ ਹਿੱਸੇ ਵਿੱਚ ਪ੍ਰੋਬਲਮ ਹੈ ਤੇ ਜਿਹੜਾ ਖੱਬਾ ਪਾਸਾ ਤੇ ਇਹੀ ਰਹੇਗਾ ਅਪਾਨ ਮੁਦਰਾ, ਲੇਕਿਨ ਸੱਜੇ ਪਾਸੇ 'ਚ ਅਸੀਂ ਇਹ ਪ੍ਰਾਣ ਮੁਦਰਾ, ਓਕੇ, ਹਾਂ, ਇਹ ਵਾਲੀ ਮੁਦਰਾ ਕਰਾਂਗੇ। ਠੀਕ ਹੈ, ਠੀਕ ਹੈ। ਕਿੰਨੇ ਟਾਈਮ ਤੱਕ ਰੱਖਣੀ ਹੈ ਆਪਾਂ? ਜਿਹੜੀ ਮੁਦਰਾ ਹੈ ਉਹ ਤੁਸੀਂ ਬਿਲਕੁਲ ਸਹੀ ਅਸਰ ਵਾਸਤੇ 45 ਮਿੰਟਸ ਤੁਹਾਨੂੰ ਡੇਲੀ ਕਰਨੀ ਚਾਹੀਦੀ ਹੈ। ਓਕੇ। ਪਰ ਅਗਰ 45 ਮਿੰਟਸ ਨਹੀਂ ਹੋ ਸਕੇ ਤੇ ਤੁਸੀਂ 15 ਮਿੰਟ ਕਰ ਸਕਦੇ ਹੋ। ਮਤਲਬ ਆਪਾਂ 15 ਮਿੰਟ ਕਰਕੇ ਥੋੜਾ ਰਿਲੈਕਸ ਹੋ ਕੇ ਆਪਣੀਆਂ ਫਿੰਗਰਸ ਨੂੰ ਫਿਰ ਦੁਬਾਰਾ ਤੋਂ ਜੁਆਇੰਟ ਕਰ ਸਕਦੇ ਆ, ਫਿਰ ਦੁਬਾਰਾ ਤੋਂ ਉਹ ਜਿਹੜੀ ਪ੍ਰਕਿਰਿਆ ਸ਼ੁਰੂ ਕਰ ਸਕਦੇ ਆ। ਠੀਕ ਹੈ। ਉਹਦੇ ਤੋਂ ਬਾਅਦ ਤੁਸੀਂ ਤੀਸਰੀ ਗੱਲ ਜਿਹੜੀ ਕੀਤੀ ਸੀਗੀ, ਤੁਸੀਂ ਕਿਹਾ ਸੀਗਾ ਕਿ ਜਿਹੜਾ ਅੱਜ ਕੱਲ੍ਹ ਦਾ ਜਿਹੜਾ ਸਾਡਾ ਮਤਲਬ ਸਾਨੂੰ ਆਪਣੇ ਨਾ ਸਮੇਂ ਦਾ ਜਿਹੜਾ ਹੈਗਾ ਉਹ ਖਾਸ ਧਿਆਨ ਰੱਖਣਾ ਪਏਗਾ। ਮਤਲਬ ਸਾਨੂੰ ਆਪਣਾ ਸਮਾਂ ਕੱਢਣਾ ਪਏਗਾ। ਅੱਜ ਕੱਲ੍ਹ ਦੀ ਜਿਹੜੀ ਬਿਜ਼ੀ ਲਾਈਫ ਸਾਡੀ ਹੋ ਗਈ ਹੈ ਨਾ, ਆਫਿਸ ਦੇ ਵਿੱਚ ਵੀ ਅਸੀਂ ਕੰਮਕਾਰ ਕਰਦੇ ਹਾਂ, ਕਈ ਵਾਰ ਅਸੀਂ ਬੱਸ ਦੇ ਵਿੱਚ ਘੰਟਾ 2 ਘੰਟਾ ਟਰੈਵਲ ਕਰਦੇ ਹਾਂ, ਕਿ ਉਹਨਾਂ ਦੌਰਾਨ ਵੀ ਅਸੀਂ ਇਹ ਮੁਦਰਾਵਾਂ ਕਰ ਸਕਦੇ ਹਾਂ? ਬਿਲਕੁਲ ਕਰ ਸਕਦੇ ਹੋ ਤੁਸੀਂ, ਜਦੋਂ ਤੁਸੀਂ ਬੈਠੇ ਹੋ। ਪਰ ਇਹ ਚੀਜ਼ ਹੋਣੀ ਚਾਹੀਦੀ ਕਿ ਬਾਡੀ ਪੋਸਚਰ ਸਿਮੈਟ੍ਰਿਕਲ ਹੋ, ਬਾਹਰ ਬਹੁਤ ਸ਼ੋਰ ਸ਼ਰਾਬਾ ਨਾ ਹੋ ਤੇ ਤੁਹਾਡਾ ਮਾਈਂਡ ਥੋੜਾ ਕੂਲ ਹੋ, ਕਾਮ ਕੰਪੋਜ਼ ਹੋ, ਤੇ ਤੁਸੀਂ ਬਿਲਕੁਲ ਕਰ ਸਕਦੇ ਹੋ ਬੱਸ ਤੇ ਬੈਠੇ ਹੋਏ ਵੀ। ਅੱਛਾ ਜੀ, ਠੀਕ ਹੈ। ਸੋ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਹੈ ਨਾ, ਜਿੱਥੇ ਅਸੀਂ ਕਹਿੰਦੇ ਹਾਂ ਕਿ ਪਾਣੀ ਪੀਤਾ ਵੀ ਲੱਗ ਜਾਂਦਾ ਆ, ਹੈ ਨਾ, ਮਤਲਬ ਉਹ ਦੇਸੀ ਘਿਓ ਵਾਂਗ ਕੰਮ ਕਰਦਾ। ਮੋਟਾਪਾ ਜਿਹੜਾ ਹੈਗਾ ਉਹ ਦਿਨੋਂ ਦਿਨ ਵੱਧਦਾ ਹੀ ਜਾ ਰਿਹਾ ਹੈਗਾ ਆ। ਸਮਝ ਨਹੀਂ ਲੱਗਦੀ, ਖਾਧਾ ਪੀਤਾ ਪਚਦਾ ਨਹੀਂ, ਪਰ ਇਹ ਮੋਟਾਪਾ ਪਤਾ ਨਹੀਂ ਕਿੱਥੋਂ ਆਈ ਜਾਂਦਾ ਹੈ। ਕੁਝ ਜੌਬ ਸਾਡੀਆਂ ਇੱਦਾਂ ਦੀਆਂ ਹੁੰਦੀਆਂ ਨੇ, ਸਿਟਿੰਗ ਹੁੰਦੀਆਂ ਨੇ, ਕੁਝ ਸਾਡੀ ਬਾਡੀ ਦਾ ਜਿਹੜਾ ਪੋਸਚਰ ਹੁੰਦਾ ਹੈ ਉਹ ਸਹੀ ਨਹੀਂ ਹੁੰਦਾ, ਉਹਦੇ ਕਰਕੇ ਵੀ ਮੋਟਾਪਾ ਹੋਣਾ ਸ਼ੁਰੂ ਹੋ ਜਾਂਦਾ ਹੈ। ਅੱਜ ਕੱਲ੍ਹ ਇਹ ਸਾਰਿਆਂ ਦੀ ਪ੍ਰੋਬਲਮ ਹੈ। ਕਿਹੜੀ ਮੁਦਰਾ ਜਿਹੜੀ ਹੈਗੀ ਆ ਉਹ ਸਾਨੂੰ ਬੈਨੀਫਿਟ ਦੇ ਸਕਦੀ ਹੈ ਵੇਟ ਲਾਸ ਲਈ? ਵੇਟ ਲਾਸ ਲਈ ਇਹ ਸਭ ਤੋਂ ਅੱਛੀ ਰਹਿੰਦੀ ਹੈ ਲਿੰਗ ਮੁਦਰਾ। ਦੋਨੋਂ ਹੱਥਾਂ ਨੂੰ ਆਪਸ ਵਿੱਚ ਇੰਟਰਲੌਕ ਕਰਕੇ ਅੰਗੂਠੇ ਨੂੰ ਰਾਈਟ ਹੈਂਡ ਦੇ ਅੰਗੂਠੇ ਤੇ ਇੰਡੈਕਸ ਫਿੰਗਰ ਨੂੰ ਇਸ ਤਰ੍ਹਾਂ ਜੋੜ ਲੈਣਾ ਹੈ। ਓਕੇ। ਇਹ ਹੈ ਲਿੰਗ ਮੁਦਰਾ। ਇਹ ਮੁਦਰਾ ਨੂੰ ਥੋੜੀ ਸਾਵਧਾਨੀ ਨਾਲ ਕਰਨਾ ਹੈ, ਕਿਉਂਕਿ ਇਹ ਸਰੀਰ ਦੀ ਗਰਮੀ ਨੂੰ ਵਧਾਉਂਦੀ ਹੈ। ਤੇ ਜਦੋਂ ਵੀ ਇਹ ਮੁਦਰਾ ਕਰ ਰਹੇ ਹੋ ਤੇ ਕੋਸ਼ਿਸ਼ ਕਰੋ ਠੰਡੀਆਂ ਚੀਜ਼ਾਂ ਦਾ ਸੇਵਨ ਕਰੋ। ਠੀਕ ਹੈ। ਫਲ, ਦੁੱਧ, ਦੇਸੀ ਘਿਓ, ਠੀਕ ਹੈ, ਇਹ ਆਪਣੇ ਡਾਈਟ ਵਿੱਚ ਰੱਖੋ। ਤੇ ਬਹੁਤ ਜ਼ਿਆਦਾ ਟਾਈਮ ਤੱਕ ਇਹ ਮੁਦਰਾ ਨਹੀਂ ਰੱਖਣੀ, ਨਹੀਂ ਤੇ ਬਹੁਤ ਜ਼ਿਆਦਾ ਲਥਾਰਜੀ, ਬਹੁਤ ਆਲਸਪਨ ਆ ਜਾਏਗਾ। ਤੇ ਇਹ ਮੁਦਰਾ ਥੋੜੇ ਘੱਟ ਸਮੇਂ ਵਾਸਤੇ ਕਰਨੀ ਹੈ। ਕਿੰਨੇ ਕੁ ਸਮੇਂ ਲਈ ਫਿਰ ਵੀ ਕਰੀਏ ਆਪਾਂ? 10 ਮਿੰਟ ਕਰੋ। ਠੀਕ ਹੈ। ਇਸ ਤੋਂ ਇਲਾਵਾ ਇੱਕ ਹੋਰ ਮੁਦਰਾ ਹੈ, ਕਿਉਂਕਿ ਜੋ ਮੋਟਾਪਾ ਹੈ ਉਹ ਉਸਦੇ ਬਾਅਦ ਸ਼ੂਗਰ ਦੀ ਪ੍ਰੋਬਲਮ, ਡਾਇਬੀਟੀਜ਼ ਅਸੀਂ ਕਹਿ ਲਈਏ, ਗੋਡਿਆਂ ਦੇ ਦਰਦ ਸ਼ੁਰੂ ਹੋ ਜਾਂਦੇ ਆ, ਕੋਲੇਸਟ੍ਰੋਲ ਬਹੁਤ ਵੱਧ ਜਾਂਦਾ ਹੈ, ਤੇ ਉਹਦੇ ਵਾਸਤੇ ਇੱਕ ਮੁਦਰਾ ਹੈ, ਉਹ ਹੈ ਸੂਰਯ ਮੁਦਰਾ। ਅੱਛਾ ਜੀ। ਜਿਹੜੀ ਅਨਾਮਿਕਾ ਉਂਗਲੀ ਹੈ, ਇਹਨੂੰ ਅੰਗੂਠੇ ਦੇ ਮੂਲ ਭਾਗ 'ਚ ਲਗਾਉਣਾ ਹੈ। ਅੱਛਾ ਜੀ। ਹਾਂਜੀ, ਬਸ ਬਿਲਕੁਲ ਅੰਗੂਠੇ ਦੇ ਥੱਲੇ ਪ੍ਰੈਸ ਕਰਨਾ ਹੈ ਆਪਾਂ। ਠੀਕ ਹੈ। ਇਹ ਹੈ ਸੂਰਯ ਮੁਦਰਾ। ਓਕੇ। ਇਹ ਕੋਲੇਸਟ੍ਰੋਲ ਵੀ ਘੱਟ ਆਉਂਦੀ ਹੈ, ਲੀਵਰ ਵਾਸਤੇ, ਫੈਟੀ ਲੀਵਰ ਵਾਸਤੇ ਵੀ ਬਹੁਤ ਵਧੀਆ ਹੈ। ਅੱਛਾ ਜੀ। ਦੋਨੋਂ ਹੱਥਾਂ ਦੇ ਸੇਮ? ਹਾਂ, ਇੱਕੋ ਜਿਹੀ? ਦੋਨੋਂ ਹੱਥਾਂ ਦੇ ਸੇਮ। ਠੀਕ ਹੈ, ਠੀਕ ਹੈ। ਇਹ ਕਿੰਨੇ ਕੁ ਮਿੰਟ ਆਪਾਂ ਰੱਖਣੀ ਹੈ ਮੁਦਰਾ? ਇਹ ਵੀ 10 ਤੋਂ 15 ਮਿੰਟ। 10 ਤੋਂ 15 ਮਿੰਟ, ਠੀਕ ਹੈ। ਠੀਕ ਹੈ। ਡਾਕਟਰ ਸਾਹਿਬ, ਜਦੋਂ ਨਾ ਮਤਲਬ ਅਸੀਂ ਆਹ ਵਾਲੀ ਮੋਟਾਪੇ ਵਾਲੀ ਕਰ ਰਹੇ ਸੀ ਮੁਦਰਾ, ਤੁਸੀਂ ਕਿਹਾ ਕਿ ਬੜੀ ਉਂਗਲਾਂ ਨੂੰ ਬੜੀ ਖਿੱਚ ਪੈਂਦੀ ਹੈ ਨਾ, ਜੇਕਰ ਪਹਿਲਾਂ ਖਿੱਚ ਪਵੇ ਜਾਂ ਕੁਛ ਇੱਦਾਂ ਦੀ ਪ੍ਰੋਬਲਮ ਹੋਵੇ ਤਾਂ ਮਤਲਬ ਘਬਰਾਉਣ ਦੀ ਲੋੜ ਤਾਂ ਨਹੀਂ? ਦੇਖੋ, ਤੁਹਾਡੇ ਹੱਥ ਹੀ ਤੁਹਾਡਾ ਡਾਇਗਨੋਸ ਕਰ ਦਿੰਦੇ ਆ। ਅਗਰ ਸਾਡੇ ਹੱਥ ਫਲੈਕਸੀਬਲ ਨਹੀਂ ਹੈ, ਇਹਦਾ ਮਤਲਬ ਸਾਡੀ ਬਾਡੀ ਫਲੈਕਸੀਬਲ ਨਹੀਂ ਹੈ। ਜਿਹੜੇ ਵੀ ਰੋਗ ਹੁੰਦੇ ਉਹ ਪਹਿਲੇ ਹੱਥਾਂ 'ਚ ਹੀ ਆਉਂਦੇ ਹਨ। ਸਾਰੇ ਸਾਇੰਸ ਡਾਕਟਰ ਤੁਹਾਡੇ ਨਾਖੂਨ ਦੇਖ ਕੇ ਹੀ ਤੁਹਾਨੂੰ ਦੱਸ ਸਕਦੇ ਕਿ ਤੁਸੀਂ ਇਹ ਬਿਮਾਰੀ ਨਾਲ ਗ੍ਰਸਤ ਹੋ। ਤਾਂ ਜਿਸ ਤਰ੍ਹਾਂ ਹੀ ਤੁਹਾਡੀ ਬਾਡੀ 'ਚ
ਫਲੈਕਸੀਬਿਲਿਟੀ ਆਏਗੀ। ਤੇ ਮੈਂ ਪ੍ਰੈਫਰ ਕਰਾਂਗਾ ਕਿ ਸਾਰਿਆਂ ਨੂੰ ਯੋਗ ਦੀ ਪ੍ਰੈਕਟਿਸ ਵੀ ਆਪਣੀ ਲਾਈਫ ਸਟਾਈਲ ਵਿੱਚ ਸ਼ਾਮਿਲ ਕਰਨੀ ਚਾਹੀਦੀ ਹੈ ਤੇ ਤੁਹਾਡੇ ਹੱਥ ਵੀ ਫਲੈਕਸੀਬਲ ਹੋ ਜਾਣਗੇ। ਇਨੀਸ਼ੀਅਲੀ ਜਦੋਂ ਅਸੀਂ ਕਰਾਂਗੇ ਤੇ ਮੁਦਰਾ ਬਹੁਤ ਮੁਸ਼ਕਿਲ ਨਾਲ ਹੁੰਦੀ, ਜਿੱਦਾਂ ਇੱਕ ਬ੍ਰੌਂਕੀਅਲ ਮੁਦਰਾ ਹੈ, ਇਹ ਅਸਥਮਾ ਵਾਸਤੇ ਰਹਿੰਦੀ ਹੈ ਤੇ ਅਗਰ ਤੁਸੀਂ ਇਨੀਸ਼ੀਅਲੀ ਕਰੋ ਔਰ ਐਸਥਮੈਟਿਕ ਪੇਸ਼ੈਂਟ ਨੂੰ ਕਰਵਾਓ ਤੇ ਉਹ ਨਹੀਂ ਕਰ ਪਾਏਗਾ। ਮੈਂ ਪ੍ਰੈਕਟੀਕਲੀ ਦੇਖਿਆ ਹੈ ਪੇਸ਼ੈਂਟ ਤੋਂ ਨਹੀਂ ਹੁੰਦੀ ਹੈ ਇਹ ਮੁਦਰਾ, ਭੁੱਲ ਜਾਂਦੇ ਆ ਅਸੀਂ, ਭੁੱਲ ਜਾਂਦੇ ਆ ਤੇ ਹੱਥ ਵੀ ਨਹੀਂ ਮੁੜਦੇ। ਤੇ ਉਹਦੇ ਕਰਨ ਵਾਸਤੇ ਕੀ ਹੈ ਕਿ ਤੁਸੀਂ ਪਹਿਲੇ ਨਹੀਂ ਹੁੰਦੀ ਹੈ ਤੇ ਲੈਫਟ ਹੈਂਡ ਹੱਥ ਦੇ ਸਹਾਰੇ ਨਾਲ ਤੁਸੀਂ ਉਸ ਮੁਦਰਾ ਨੂੰ ਚਾਹੇ ਬੇਸ਼ੱਕ ਥੋੜਾ ਪ੍ਰੈਸ਼ਰ ਪਾ ਦਿਓ ਤਾਂ ਕਿ ਉਹ ਰਿਟੇਨ ਰਹੇ। ਠੀਕ ਆ, ਪਹਿਲੇ ਆਪਾਂ ਸਭ ਤੋਂ ਛੋਟੀ ਫਿੰਗਰ ਜਿਹਨੂੰ ਅਸੀਂ ਚੀਚੀ ਕਹਿੰਦੇ ਆ ਉਹਨੂੰ ਆਪਾਂ ਅੰਗੂਠੇ ਦੇ ਬਿਲਕੁਲ ਥੱਲੇ ਲਗਾਵਾਂਗੇ। ਹਾਂਜੀ, ਉਸਦੇ ਨਾਲ ਵਾਲੀ ਜਿਹੜੀ ਰਿੰਗ ਫਿੰਗਰ ਹੈ ਉਹ ਵਿਚਕਾਰ ਤੇ ਉਹਦੇ ਮਿਡਲ ਫਿੰਗਰ ਹੈ ਉਹ ਜਿਹੜੇ ਥੰਬ ਦੇ ਉੱਪਰਲੀ ਸਾਈਡ ਤੇ ਲਗਾਵਾਂਗੇ। ਸੱਚੀ ਗੱਲ ਹੈ, ਮਤਲਬ ਬੜੀ ਕੋਸ਼ਿਸ਼ ਕਰਕੇ ਨਾ ਫਿਰ ਲਗਾਈ ਜਾ ਰਹੀ ਹੈ। ਇਹ ਹੈ ਬ੍ਰੌਂਕੀਅਲ ਮੁਦਰਾ। ਇਹ ਜਿਹੜਾ ਅਸਥਮੈਟਿਕ ਅਟੈਕ ਹੈ, ਇੱਕਦਮ ਅਸਥਮਾ ਦਾ ਅਟੈਕ ਹੋ ਜਾਏ ਉਹਦੇ ਵਾਸਤੇ ਬਹੁਤ ਹੀ ਅੱਛੀ ਮੁਦਰਾ ਹੈ। ਓਕੇ, ਇਹ 4 ਤੋਂ 6 ਮਿੰਟ ਪ੍ਰੈਕਟਿਸ ਕਰਕੇ ਤੇ ਇਸ ਦੇ ਬਾਅਦ ਇੱਕ ਮੁਦਰਾ ਆਂਦੀ ਹੈ ਉਹ ਹੈ ਅਸਥਮਾ ਮੁਦਰਾ। ਉਹਦੇ ਵਿੱਚ ਅਸੀਂ ਜਿਹੜੀ ਵਿਚਕਾਰਲੀ ਫਿੰਗਰ ਹੈ ਉਹਦੇ ਨੋਹ ਨੂੰ ਇਦਾਂ ਰੱਖਣਾ ਹੈ ਔਰ ਦੋਨੋਂ ਬਾਕੀ ਹੱਥ ਸਿੱਧੇ ਰਹਿਣਗੇ। ਠੀਕ ਹੈ, ਇਹ ਹੈ ਅਸਥਮਾ ਮੁਦਰਾ। ਤੇ ਇਹ ਐਸਥਮੈਟਿਕ ਪੇਸ਼ੈਂਟਸ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਐਟਲੀਸਟ 30 ਮਿੰਟ, ਚਾਹੇ 5 ਮਿੰਟ ਦੇ ਬ੍ਰੇਕ ਨਾਲ ਉਹ ਕਰ ਲੈਣ ਤੇ ਧੀਰੇ ਧੀਰੇ ਉਹਨਾਂ ਦੇ ਲੰਗ ਦੇ ਫੰਕਸ਼ਨਸ ਵੀ ਅੱਛੇ ਹੋ ਜਾਣਗੇ। ਲੰਗਸ ਫੰਕਸ਼ਨ ਦੀ ਤੁਸੀਂ ਗੱਲ ਕੀਤੀ ਹੈ, ਦਿਮਾਗ ਦੇ ਵਿੱਚ ਇੱਕ ਹੋਰ ਆ ਗਿਆ ਕਿ ਅੱਜ ਕੱਲ੍ਹ ਨਾ ਐਲਰਜੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਆਫਟਰ ਕੋਵਿਡ ਅਸੀਂ ਸਾਰਿਆਂ ਨੇ ਦੇਖਿਆ ਹੈਗਾ ਕਿ ਲੰਗਸ 'ਤੇ ਇਫੈਕਟ ਪਾਉਂਦੀ ਹੈ। ਕਫ ਬਹੁਤ ਜਲਦੀ ਹੋ ਜਾਂਦੀ ਹੈ, ਖੰਘ ਰੇਸ਼ਾ ਜਲਦੀ ਹੋ ਜਾਂਦੀ ਹੈ, ਜ਼ੁਕਾਮ ਜਲਦੀ ਹੋ ਜਾਂਦਾ ਹੈ। ਅੱਗੇ ਹੁੰਦਾ ਸੀ ਕਿ ਠੰਡ ਲੱਗ ਗਈ ਤਾਂ ਜ਼ੁਕਾਮ ਹੋ ਗਿਆ, ਬਟ ਹੁਣ ਤਾਂ ਐਂ ਲੱਗਦਾ ਹੈ ਕਿ ਮਤਲਬ ਜਿਹੜੇ ਮਰਜ਼ੀ ਮੌਸਮ ਦੇ ਵਿੱਚ ਇਹ ਜਿਹੜਾ ਹੈਗਾ ਨਜ਼ਲਾ ਹੋ ਜਾਂਦਾ, ਜ਼ੁਕਾਮ ਹੋ ਜਾਂਦਾ, ਖੰਘ ਹੋ ਜਾਂਦੀ ਹੈ। ਸੁੱਕੀ ਖੰਘ ਕਹਿ ਲਈਏ ਜਾਂ ਅਸੀਂ ਕਹਿ ਦਈਏ ਬਲਗਮ ਵਾਲੀ ਖੰਘ ਹੈ, ਜਾਂ ਅਸੀਂ ਕਹਿ ਦਈਏ ਕਿ ਮਤਲਬ ਬਹੁਤ ਨੱਕ ਜਿਹੜਾ ਹੈਗਾ ਉਹ ਬੰਦ ਹੋ ਗਿਆ ਜਾਂ ਬਹੁਤ ਨੋਜ਼ ਰਨਿੰਗ ਹੋ ਰਿਹਾ, ਉਹਦੇ ਲਈ ਕੋਈ ਮੁਦਰਾਵਾਂ ਹੈਗੀਆਂ ਨੇ? ਦੇਖੋ, ਜਦੋਂ ਵੀ ਐਲਰਜੀ ਸਟਾਰਟ ਹੋਏਗੀ ਤੇ ਸਭ ਤੋਂ ਪਹਿਲੇ ਗਲੇ 'ਚ ਇਰੀਟੇਸ਼ਨ ਹੋਣੇ ਸ਼ੁਰੂ ਹੋ ਜਾਂਦੀ ਹੈ। ਠੀਕ ਹੈ। ਜਿਹੜੀ ਸੀਜ਼ਨਲ ਐਲਰਜੀ ਨੂੰ ਪ੍ਰੀਵੈਂਟ ਕਰਨ ਵਾਸਤੇ ਇੱਕ ਮੁਦਰਾ ਹੈ ਉਹ ਹੈ ਭ੍ਰਮਰ ਮੁਦਰਾ। ਇਹ ਅੰਗੂਠੇ ਦੇ ਨਾਲ ਵਾਲੀ ਇੰਡੈਕਸ ਫਿੰਗਰ ਨੂੰ ਅੰਗੂਠੇ ਦੇ ਬੇਸ ਤੇ ਲਗਾਉਣਾ ਹੈ। ਠੀਕ ਹੈ। ਜਿਹੜੀ ਵਿਚਕਾਰਲੀ ਫਿੰਗਰ ਹੈ ਉਹਦੇ ਜਿਹੜੇ ਨੋਹ ਹੈ ਉਸ ਨਾਲ ਥੋੜਾ ਜਿਹਾ ਇਦਾਂ ਹਲਕਾ ਜਿਹਾ ਦਬਾਅ ਪਾਣਾ ਹੈ ਅੰਗੂਠੇ ਨਾਲ। ਠੀਕ ਹੈ, ਠੀਕ ਹੈ, ਠੀਕ ਹੈ। ਤੇ ਇਹ ਹੈ ਭ੍ਰਮਰ ਮੁਦਰਾ। ਇਹ ਐਲਰਜੀ, ਸੀਜ਼ਨਲ ਐਲਰਜੀ ਨੂੰ ਕੰਟਰੋਲ ਕਰਦੀ ਹੈ। ਉਸ ਦੇ ਨਾਲ ਨਾਲ ਜਿੱਦਾਂ ਸਕਿਨ 'ਚ ਰੈਸ਼ਿਸ ਹੋ ਜਾਂਦੇ ਹਨ ਕਈ ਵਾਰ, ਉਸ ਦੇ ਵਾਸਤੇ ਵੀ, ਖਾਰਿਸ਼ ਵਾਸਤੇ ਵੀ ਬਹੁਤ ਅੱਛੀ ਮੁਦਰਾ ਹੈ। ਓਕੇ, ਠੀਕ ਹੈ। ਇਹ ਕਿੰਨੇ ਦੇਰ ਤੱਕ ਕਰਨੀ ਹੈ ਡਾਕਟਰ ਸਾਹਿਬ? 45 ਮਿੰਟਸ ਤੱਕ। ਅਗਰ ਤੁਹਾਨੂੰ ਜ਼ਿਆਦਾ ਪ੍ਰੋਬਲਮ ਹੈ ਤੇ 15 ਮਿੰਟ ਦੇ ਗੈਪ ਦੇ ਨਾਲ ਤੁਸੀਂ 45 ਮਿੰਟ ਸੇ ਮੁਦਰਾ ਕਰ ਸਕਦੇ ਹੋ। ਠੀਕ ਹੈ। ਇਸ ਦੇ ਇਲਾਵਾ ਜਦੋਂ ਸਾਨੂੰ ਥਰੋਟ ਵਿੱਚ ਪ੍ਰੋਬਲਮ ਹੋ ਜਾਏਗੀ, ਇਰੀਟੇਸ਼ਨ, ਕਿਚ ਤੇ ਉਹਦੇ ਵਾਸਤੇ ਆਂਦੀ ਸ਼ੰਖ ਮੁਦਰਾ। ਜਿਹੜਾ ਸੱਜਾ ਹੱਥ ਹੈ ਅੰਗੂਠੇ ਨੂੰ ਇਸ ਤਰ੍ਹਾਂ ਮੋੜ ਲਓ ਸੱਜੇ ਹੱਥ ਤੇ। ਠੀਕ ਹੈ। ਜਿਹੜਾ ਹੱਥ ਹੈ ਇਹ ਲੈਫਟ ਹੈਂਡ ਇਦਾਂ ਰੱਖਣਾ ਹੈ। ਇਹ ਹੋ ਜਾਏਗੀ ਸ਼ੰਖ ਦੀ ਆਕ੍ਰਿਤੀ, ਸ਼ੰਖ ਮੁਦਰਾ। ਠੀਕ ਹੈ। ਇਹ ਮੁਦਰਾ ਕਰਕੇ ਅਗਰ ਅਸੀਂ ਓਮ ਚੈਂਟਿੰਗ ਕਰੀਏ ਤੇ ਗਲੇ ਨੂੰ ਬਹੁਤ ਆਰਾਮ ਮਿਲਦਾ ਹੈ। ਥਾਇਰਾਇਡ 'ਚ ਵੀ ਬਹੁਤ ਇਫੈਕਟਿਵ ਹੈ ਇਹ ਮੁਦਰਾ। ਠੀਕ ਹੈ। ਫਿਰ ਜਿੱਦਾਂ ਹੁਣ ਮੈਂ ਦੱਸਿਆ ਸੀ ਤੁਹਾਨੂੰ ਜਿਹੜੀ ਲਿੰਗ ਮੁਦਰਾ, ਇਹ ਵੀ ਸਾਡੇ ਜਿਹੜੇ ਖਾਂਸੀ ਜ਼ੁਕਾਮ ਰੇਸ਼ਾ ਵਾਸਤੇ ਬਹੁਤ ਅੱਛੀ ਹੈ। ਮਿਊਕਸ ਨੂੰ ਢਿੱਲਾ ਕਰਦੀ ਹੈ, ਸਾਈਨਸ ਕਲੀਅਰ ਕਰਦੀ ਹੈ। ਠੀਕ ਹੈ। ਤੇ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ। और इस दे इलावा अगर तुहानू लगे कि बहुत ज़्यादा रेशा है, बहुत ज़्यादा रेशा, बहुत ही ज़्यादा एक्सपेक्टोरेशन जे हो रही है वो चाहिए तुहानू, ते उहदे वास्ते वरुण मुद्रा। छोटी उंगली नू अंगूठे दे मूल भाग च लगा के इनू प्रैस करना है राइट, और लैफ्ट हाथ नू इदां हल्का जा लैफ्ट हाथ नाल इनू प्रैशर पाना है। ठीक है। ये है वरुण मुद्रा। ठीक है, ठीक है। तो इस नाल सारा जिहड़ा कफ है वो बाहर निकल जाएगा। ठीक है। मोस्टली डॉक्टर साहब देखा जाता है कि खब्बे हत्थ नाल ही ज़्यादा मुद्रावां कीतियां जांदियां ने। बहुत सारे मेरे होर भी सवाल होणगे गल्लां ते गीत प्रोग्राम ते तुहाडे मनोरंजन लई ते दर्शकां दे मनोरंजन लई एक खूबसूरत गीत नूं करदे हां शामिल। सोहणिया वे जग जिउंदियां दे मेले, सोहणिया वे जग जिउंदियां दे मेले,
ਬਹੁਤ ਹੀ ਖੂਬਸੂਰਤ ਗੀਤ ਤੋਂ ਬਾਅਦ ਮੁੜ ਤੋਂ ਜੀ ਆਇਆਂ ਨੂੰ ਆਖਦੇ ਹਾਂ ਤੁਹਾਡਾ ਸਾਰਿਆਂ ਦਾ ਗੱਲਾਂ ਤੇ ਗੀਤ ਪ੍ਰੋਗਰਾਮ ਤੇ ਅੱਜ ਡਾਕਟਰ ਰੂਪਾਲੀ ਹੋਰੀ ਸਾਡੇ ਨਾਲ ਨੇ, ਯੋਗਾ ਐਕਸਪਰਟ ਨੇ ਤੇ ਗੱਲਬਾਤ ਚੱਲ ਰਹੀ ਹੈ ਯੋਗ ਮੁਦਰਾਵਾਂ ਦੇ ਬਾਰੇ। ਸੋ ਡਾਕਟਰ ਰੂਪਾਲੀ, ਜਿਵੇਂ ਅਸੀਂ ਕੁਝ ਬਿਮਾਰੀਆਂ ਦੀ ਗੱਲਾਂ ਬਾਤਾਂ ਕਰ ਰਹੇ ਹੈਗੇ ਆ ਹਨਾ, ਬੀਪੀ ਹਾਈ ਦੀ ਤਾਂ ਅਸੀਂ ਗੱਲ ਕਰ ਲਈ ਕਿ ਕਿਹੜੀ ਮੁਦਰਾ ਹੁੰਦੀ ਹੈ ਤੇ ਬੀਪੀ ਡਾਊਨ ਦੀ ਅੱਜ ਕੱਲ੍ਹ ਬੜੀ ਪ੍ਰੋਬਲਮ ਹੈ, ਖਾਸ ਕਰਕੇ ਕੁੜੀਆਂ ਨੂੰ ਹਨਾ। ਜਦੋਂ ਦੇਖਿਆ ਜਾਂਦਾ ਹੈਗਾ ਕਿ 16 ਜਾਂ 17 ਸਾਲ ਦੀ ਉਮਰ ਹੋ ਜਾਂਦੀ ਹੈ ਤੇ ਬੀਪੀ ਡਾਊਨ ਜਿਹੜੀ ਹੈਗੀ ਆ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਅਸੀਂ ਫਟਾਫਟ ਕੁਝ ਨਾ ਕੁਝ ਇਦਾਂ ਦਾ ਬਣਾ ਕੇ ਪੀ ਲੈਂਦੇ ਹਾਂ ਕਿ ਬੀਪੀ ਥੋੜਾ ਠੀਕ ਹੋ ਜਾਏ। ਕਿਹੜੀ ਮੁਦਰਾ ਕਰਨੀ ਚਾਹੀਦੀ ਹੈ ਤਾਂ ਕਿ ਬੀਪੀ ਸਹੀ ਹੋ ਜਾਵੇ? ਬੀਪੀ ਸਪੈਸ਼ਲੀ ਜਦੋਂ ਮਾਹਵਾਰੀ ਦਾ ਸਮੇਂ ਆਉਂਦਾ ਹੈ ਕੁੜੀਆਂ ਨੂੰ, ਉਸ ਟਾਈਮ ਬੀਪੀ ਬਹੁਤ ਲੋ ਰਹਿੰਦਾ ਹੈ ਤੇ ਉਹਦੇ ਵਾਸਤੇ ਇੱਕ ਮੁਦਰਾ ਹੈ ਗਰੁੜ ਮੁਦਰਾ। ਗਰੁੜ ਮੁਦਰਾ ਕਰਨ ਵਾਸਤੇ ਸਾਨੂੰ ਜਿਹੜਾ ਆਪਣਾ ਸੱਜਾ ਹੱਥ ਹੈ ਖੱਬੇ ਹੱਥ ਦੇ ਅੰਗੂਠੇ ਨਾਲ ਇਦਾਂ ਇੰਟਰਲੌਕ ਕਰਨਾ ਹੈ, ਸੱਜੇ ਨੂੰ ਖੱਬੇ ਦੇ ਨਾਲ ਇਦਾਂ। ਮੈਂ ਇਦਾਂ ਕਰਕੇ ਦਿਖਾਉਂਦੀ ਹਾਂ। ਠੀਕ ਹੈ, ਇਦਾਂ ਕਰਕੇ ਤੁਸੀਂ ਰੱਖੋ। ਕੁਝ ਟਾਈਮ ਆਪਣੇ ਨਾਭੀ ਤੇ ਰੱਖ ਕੇ 10 ਲੰਬੀ ਗਹਿਰੀ ਸ਼ਵਾਸ ਲੈਣੀ ਹੈ। 10 ਸਮੇਂ ਧੀਰੇ ਧੀਰੇ ਇਹਨੂੰ ਇੱਥੇ ਆਪਣੇ ਹਿਰਦੇ ਦੇ ਕੋਲ ਲਿਆ ਕੇ 10 ਟਾਈਮਸ ਲੰਬਾ ਗਹਿਰਾ ਸ਼ਵਾਸ ਲੈਣਾ ਹੈ, ਛੱਡਣਾ ਹੈ। ਤੇ ਇਹ ਪ੍ਰੈਕਟਿਸ ਨਾਲ ਜਿਹੜੇ ਮੈਂਸਟਰੁਅਲ ਕ੍ਰੈਂਪਸ ਹੈ ਉਹ ਵੀ ਦਰਦ ਠੀਕ ਹੋਏਗੀ ਤੇ ਨਾਲ ਜਿਹੜਾ ਬਲੱਡ ਪ੍ਰੈਸ਼ਰ ਲੋ ਹੈ ਉਹ ਹਾਈ ਹੋ ਜਾਏਗਾ। ਠੀਕ ਹੈ, ਪਰ ਇਸ ਦੀ ਬਹੁਤ ਸਾਵਧਾਨੀ ਰੱਖਣ ਦੀ ਜ਼ਰੂਰਤ ਹੈ। ਜਿਸ ਦਾ ਹਾਈ ਬਲੱਡ ਪ੍ਰੈਸ਼ਰ ਹੈ ਉਹ ਇਹ ਬਿਲਕੁਲ ਵੀ ਨਾ ਕਰਨ, ਕਿਉਂਕਿ ਬਹੁਤ ਹਾਈ ਕਈ ਵਾਰ ਬਲੱਡ ਪ੍ਰੈਸ਼ਰ ਹੋ ਜਾਂਦਾ ਹੈ ਤੇ ਮੁਦਰਾ ਹਮੇਸ਼ਾ ਚਿਕਿਤਸਕ ਦੇ ਦੇਖ ਰੇਖ ਯੋਗ ਐਕਸਪਰਟ ਦੀ ਸਲਾਹ ਨਾਲ ਹੀ ਕਰਨੀ ਹੈ, ਆਪਣੇ ਆਪ ਕੋਈ ਮੁਦਰਾ ਸਟਾਰਟ ਨਹੀਂ ਕਰਨੀ ਹੈ। ਬਿਲਕੁਲ ਸਹੀ ਕਿਹਾ। ਔਰ ਜਦੋਂ ਨਾ ਅਸੀਂ ਬੱਚਿਆਂ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਕਹਿੰਦੇ ਆ ਕਿ ਖਾਣਾ ਪੀਣਾ ਸਾਡਾ ਇਦਾਂ ਦਾ ਹੋ ਗਿਆ, ਬੱਚਿਆਂ ਨੂੰ ਨਾ ਜੰਕ ਫੂਡ ਵਧੀਆ ਲੱਗਦੇ ਨੇ ਤੇ ਉਹਦੇ ਕਰਕੇ ਸਰੀਰ ਉੱਤੇ ਬਹੁਤ ਅਸਰ ਪੈਂਦਾ ਹੈ, ਖਾਸ ਕਰਕੇ ਬੱਚੇ ਦੀਆਂ ਅੱਖਾਂ ਉੱਤੇ। ਛੋਟੇ ਛੋਟੇ ਬੱਚਿਆਂ ਨੂੰ ਜਦ ਅਸੀਂ ਦੇਖਦੇ ਆ ਨਾ, ਏਡੇ ਏਡੇ ਮੋਟੇ ਸ਼ੀਸ਼ੇ ਲੱਗੇ ਹੁੰਦੇ ਨੇ ਕਿ ਆਈ ਸਾਈਟ ਨੂੰ ਸਹੀ ਰੱਖਣ ਦੇ ਲਈ ਜਾਂ ਆਈ ਸਾਈਟ ਸਾਡੀ ਜਿਹੜੀ ਹੈਗੀ ਉਹ ਨਾਰਮਲ ਹੀ ਰਹੇ ਤੇ ਉਹਦੇ ਲਈ ਸਾਨੂੰ ਕਿਹੜੀ ਮੁਦਰਾ ਕਰਨੀ ਚਾਹੀਦੀ ਹੈ? ਆਈ ਸਾਈਟ ਸਹੀ ਕਰਨ ਵਾਸਤੇ ਹੈ ਪ੍ਰਾਣ ਮੁਦਰਾ। ਅੰਗੂਠੇ ਦੇ ਨਾਲ ਚਿੱਚੀ ਉਂਗਲੀ ਤੇ ਉਹਦੇ ਨਾਲ ਵਾਲੀ ਜਿਹੜੀ ਅਨਾਮਿਕਾ ਨੂੰ ਜੋੜਨਾ ਹੈ। ਦੋਨੋਂ ਬਾਕੀ ਹੱਥਾਂ ਦੀ ਜੋ ਫਿੰਗਰਸ ਹੈ ਉਹ ਸਿੱਧੀ ਰਹਿਣੀ ਚਾਹੀਦੀ, ਸਿੱਧੀ ਕਰਨੀ ਹੈ। ਠੀਕ ਹੈ, ਇਹ ਪ੍ਰਾਣ ਮੁਦਰਾ ਹੈ। ਇਹ ਮੁਦਰਾ ਦੀ ਬਿਊਟੀ ਇਹ ਹੈ ਕਿ ਇਹ ਕੋਈ ਵੀ ਕਦੇ ਵੀ ਕਰ ਸਕਦਾ ਹੈ, ਇਸ ਦੇ ਵਾਸਤੇ ਕੋਈ ਚਿਕਿਤਸਕ ਦੀ ਦੇਖ ਰੇਖ ਦੀ ਜ਼ਰੂਰਤ ਨਹੀਂ ਹੈ। ਤੇ ਇਹ ਸਪੈਸ਼ਲੀ ਜਦੋਂ ਬਹੁਤ ਲੋ એનર્ਜੀ ਫੀਲ ਹੋ ਜਾਂਦੀ ਹੈ, ਕਈ ਵਾਰ ਜੋ ਪੇਸ਼ੈਂਟਸ ਹੈ ਜੋ ਰਿਕਵਰ ਕਰ ਰਹੇ ਹੈ, ਕਈ ਵਾਰ ਸਾਨੂੰ ਇੰਨੀ ਵੀਕਨੈਸ ਹੋ ਜਾਂਦੀ ਹੈ ਤੇ ਅਸੀਂ ਕਹਿੰਦੇ ਹਾਂ ਕੀ ਕਰੀਏ, ਹਿੰਮਤ ਹੀ ਨਹੀਂ ਹੈ। ਤੁਸੀਂ ਪ੍ਰਾਣ ਮੁਦਰਾ ਕਰੋ। ਤੁਸੀਂ ਇਹ ਮੁਦਰਾ ਕਰੋਗੇ ਇੱਕਦਮ 15 ਮਿੰਟ ਚ ਤੁਹਾਨੂੰ ਇਹਦਾ ਇਫੈਕਟ ਦਿਸੇਗਾ, ਤੁਸੀਂ ਭੱਜਣਾ ਸ਼ੁਰੂ ਹੋ ਜਾਓਗੇ। ਤੇ ਜਦੋਂ ਲੋ ਬੀਪੀ ਆਂਦਾ ਹੈ ਹੁੰਦਾ ਹੈ ਤੇ ਉਸ ਦੇ ਵਾਸਤੇ ਵੀ ਬਹੁਤ ਹੀ ਅੱਛੀ ਮੁਦਰਾ ਹੈ। ਅੱਛਾ, ਇਦਾਂ ਕਰ ਲਵੇ ਹੈ ਨਾ। ਤੇ ਇਹ ਕਿੰਨੇ ਟਾਈਮ ਤੱਕ ਅਸੀਂ ਕਰ ਰੱਖ ਸਕਦੇ ਹਾਂ? ਇਹ 45 ਮਿੰਟਸ ਤੱਕ ਰੱਖ ਸਕਦੇ ਹੋ, ਪਰ ਮੈਂ ਉਹ ਕਿਹਾ 15 ਮਿੰਟ ਦੇ 3 ਟਾਈਮ ਸਾਰੀਆਂ ਮੁਦਰਾਵਾਂ ਅਸੀਂ 45 ਮਿੰਟ ਤੱਕ ਕਰ ਸਕਦੇ ਹਾਂ। ਠੀਕ ਹੈ। ਜੇਕਰ ਸਟਾਰਟਿੰਗ ਦੇ ਵਿੱਚ ਕੋਈ ਪ੍ਰੋਬਲਮ ਆਵੇ, ਮਤਲਬ ਜਿੱਦਾਂ ਅਸੀਂ ਕਰਦੇ ਆ ਸਾਡੇ ਖਿੱਚ ਪੈਂਦੀ ਹੈ ਹਨਾ, ਅਸੀਂ ਕਰ ਰਹੇ ਆ, ਮੈਨੂੰ ਵੀ ਲੱਗ ਰਿਹਾ ਜਦੋਂ ਮੈਂ ਤੁਹਾਡੇ ਨਾਲ ਕਰ ਰਹੀ ਆ, ਬਾਹਾਂ ਤੋਂ ਪਿੱਛੇ ਜਿਹੜੇ ਸ਼ੋਲਡਰ ਨੇ ਮੋਢਿਆਂ ਉੱਤੇ ਖਿੱਚ ਪੈਂਦੀ ਹੈ ਤੇ ਘਬਰਾਉਣ ਦੀ ਗੱਲ ਤਾਂ ਨਹੀਂ? ਤੁਹਾਨੂੰ ਉਹ ਮੁਦਰਾ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਅਗਰ ਹੋ ਸਕੇ ਯੋਗ ਅਭਿਆਸ ਸਟਾਰਟ ਕਰੋ, ਆਪਣੇ ਬਾਡੀ 'ਚ ਤਿਲ ਦੀ ਥੋੜੀ ਮਾਲਿਸ਼ ਕਰੋ, ਇਹ ਜ਼ਰੂਰੀ ਹੈ ਬਿਕੋਜ਼ ਇਹ ਥੈਰੇਪਿਟਿਕ ਵੀ ਹੈ ਤੇ ਨਾਲ ਸਾਨੂੰ ਡਿਜ਼ੀਜ਼ ਦਾ ਡਾਇਗਨੋਸ ਵੀ ਇਸ ਨਾਲ ਹੋ ਜਾਂਦਾ ਹੈ ਕਿ ਹਾਂ ਕੋਈ ਪ੍ਰੋਬਲਮ ਹੈ ਤਾਂ ਹੀ ਬਾਡੀ ਇੰਨੀ ਸਟਿਫ ਹੈ। ਓਕੇ, ਠੀਕ ਹੈ। ਬਾਕੀ ਹੋਰ ਵੀ ਬਹੁਤ ਸਾਰੀਆਂ ਜਿੱਦਾਂ ਦੀਆਂ ਪ੍ਰੋਬਲਮਸ ਹੁੰਦੀਆਂ ਨੇ, ਛੋਟੀਆਂ ਮੋਟੀਆਂ ਵੀ ਹੁੰਦੀਆਂ ਨੇ, ਪਰ ਕਈ ਵਾਰ ਨਾ ਇਦਾਂ ਹੁੰਦਾ ਹੈ ਕਿ ਬੱਚੇ ਨਾ ਬਹੁਤ ਛੇਤੀ ਪੈਨਿਕ ਹੋ ਜਾਂਦੇ ਨੇ, ਗੁੱਸੇ 'ਚ ਆ ਜਾਂਦੇ। ਜਿੱਦਾਂ ਸਟਾਰਟਿੰਗ 'ਚ ਤੁਸੀਂ ਗੱਲ ਕੀਤੀ ਕਿ ਅਸੀਂ ਹੱਥਾਂ ਨੂੰ ਜ਼ੋਰ ਨਾਲ ਕੁੱਟ ਲੈਂਦੇ ਜਦੋਂ ਅਸੀਂ ਗੁੱਸੇ 'ਚ ਆਉਂਦੇ ਆ। ਆਪਣੇ ਕ੍ਰੋਧ ਨੂੰ ਸ਼ਾਂਤ ਕਰਨ ਦੇ ਲਈ, ਆਪਣੇ ਜਿਹੜੇ ਉਹ ਪੈਨਿਕ ਅਟੈਕ, ਅੱਜ ਕੱਲ੍ਹ ਅਸੀਂ ਬੜੇ ਇਹ ਜਿਹੜੇ ਵਿਸ਼ੇ ਆ ਡਾਕਟਰਾਂ ਦੇ ਵਿੱਚ ਵੀ ਬੜੇ ਅਸੀਂ ਕਾਉਂਸਲਿੰਗ ਦੇ ਲਈ ਜਾਂਦੇ ਹੈਗੇ ਆ ਹਨਾ। ਸੋ ਇਦਾਂ ਦੀਆਂ ਚੀਜ਼ਾਂ ਅਸੀਂ ਆਪਣੇ ਘਰ 'ਚ ਹੀ ਬੈਠੇ ਕੰਟਰੋਲ ਕਰ ਲਈਏ, ਕੀ ਕੋਈ ਮੁਦਰਾਵਾਂ ਜਿਹੜੀਆਂ ਹੈਗੀਆਂ ਸਾਨੂੰ ਸਾਥ ਦੇ ਸਕਦੀਆਂ ਨੇ ਇਹਨਾਂ ਵਿੱਚ? ਦੇਖੋ, ਜਿਹੜੀ ਸਭ ਤੋਂ ਅੱਛੀ ਮੁਦਰਾ ਹੈ ਗਿਆਨ ਮੁਦਰਾ। ਗਿਆਨ ਮੁਦਰਾ, ਓਕੇ। ਇਸ ਨੂੰ ਅਸੀਂ ਗਿਆਨ ਮੁਦਰਾ ਵੀ ਕਹਿੰਦੇ ਆ ਔਰ ਇਸ ਨੂੰ ਅਸੀਂ ਚਿੰਨ ਮੁਦਰਾ ਵੀ ਕਹਿੰਦੇ ਆ। ਪਰ ਚਿੰਨ ਮੁਦਰਾ ਤੇ ਗਿਆਨ ਮੁਦਰਾ ਦਾ ਡਿਫਰੈਂਸ ਹੈ। ਜਦੋਂ ਅਸੀਂ ਆਪਣੇ ਅੰਗੂਠੇ ਤੇ ਇੰਡੈਕਸ ਫਿੰਗਰ ਨੂੰ ਜੋੜ ਕੇ ਹੱਥ ਇਦਾਂ ਰੱਖਾਂਗੇ, ਓਕੇ, ਇਦਾਂ ਰੱਖ ਕਮਰ ਸਿੱਧੀ, ਠੀਕ ਹੈ, ਤੇ ਇਹ ਹੈ ਗਿਆਨ ਮੁਦਰਾ। ਠੀਕ ਹੈ। ਇਹ ਭਾਵ ਹੈ ਅਸੀਂ ਰਿਸੀਵ ਕਰਨਾ ਹੈ, ਅਸੀਂ ਲੈ ਰਹੇ ਹਾਂ, ਠੀਕ ਹੈ। ਜਦੋਂ ਅਸੀਂ ਤੁਸੀਂ ਦੇਖਿਆ ਹੋਏਗਾ ਕਿ
ਹੱਥ ਥੱਲੇ, ਕਈ ਵਾਰ ਲੋਕੀ ਬੈਠੇ ਬੈਠੇ ਹੱਥ ਥੱਲੇ ਹੋ ਜਾਣਗੇ, ਜਾਂ ਅਗਰ ਤੁਸੀਂ ਕਈ ਪਿਕਚਰਸ ਦੇਖੋ ਜਿਹੜੇ ਦੇਵੀ ਦੇਵਤਾ ਦੀ ਹੈ ਪਿਕਚਰਸ, ਉਹਦਾ ਵਿੱਚ ਹੱਥ ਐਦਾਂ ਹੁੰਦਾ ਹੈ ਥੱਲੇ, ਇਹ ਥੱਲੇ ਦੀ ਤਰਫ ਹੁੰਦਾ ਹੈ, ਦੇਣੇ ਦੇ ਰਿਸੀਵਿੰਗ, ਇਹਨੂੰ ਅਸੀਂ ਕਹਿੰਦੇ ਆ ਚਿੰਨ ਮੁਦਰਾ। ਓਕੇ, ਜੇਕਰ ਇਦਾਂ ਕਰਦੇ ਆ ਇਹਦੀ ਮਹੱਤਤਾ ਹੋਰ ਹੈ। ਚਿੰਨ ਮੁਦਰਾ ਮਹੱਤਤਾ ਇੱਕ ਹੀ ਹੈ, ਪਰ ਇਹ ਲੈਣ ਦਾ ਭਾਵ ਹੈ, ਇਹ ਦੇਣ ਦਾ ਭਾਵ ਹੈ। ਓਕੇ, ਠੀਕ ਹੈ। ਮਹਾਤਮਾ ਬੁੱਧ ਨੂੰ ਅਸੀਂ ਹਮੇਸ਼ਾ ਐਵੇਂ ਹੀ ਇਹੀ ਦੇਖਿਆ, ਕਿਉਂਕਿ ਉਹ ਦਿੰਦੇ ਦੇ ਰਹੇ ਨੇ, ਹਾਂ, ਗਿਵਰ। ਤੇ ਇਹ ਮੁਦਰਾ ਜਦੋਂ ਵੀ ਮੁਦਰਾ ਕਰਨੀ ਹੈ ਅਸੀਂ ਪਹਿਲੇ ਸਿਮੈਟ੍ਰੀਕਲ ਸਿੱਧਾ ਹੋ ਕੇ, ਅੱਛਾ ਜੀ, ਕਮਰ ਸਿੱਧੀ ਕੀਤੀ, ਇਹਨੂੰ ਕਹਿੰਦੇ ਠੀਕ ਹੈ। ਸਮਸਥਿਤੀ। ਸਮਸਥਿਤੀ ਆਂਦੇ ਹੀ ਸਾਡਾ ਜਿਹੜਾ ਨਰਵਸ ਸਿਸਟਮ ਹੈ ਔਰ ਹਾਰਮੋਨਲ ਸਿਸਟਮ ਹੈ ਉਹ ਐਕਟੀਵੇਟ ਹੋ ਜਾਏਗਾ। ਓਕੇ, ਉਸ ਦੇ ਬਾਅਦ ਅਸੀਂ ਲੰਬੀ ਗਹਿਰੀ ਸ਼ਵਾਸ ਲੈਣੀ ਹੈ। ਸਾਹ ਅੰਦਰ ਲਓਗੇ, ਬਾਹਰ ਛੱਡੋਗੇ, ਤੇ ਜਦੋਂ ਅਸੀਂ ਸਾਹ ਅੰਦਰ ਲੈ ਕੇ ਬਾਹਰ ਛੱਡਨੇ ਆ ਤੇ ਕਾਰਬਨ ਡਾਈਆਕਸਾਈਡ ਦੇ ਨਾਲ ਨਾਲ ਸਾਡਾ ਬਹੁਤ ਤਣਾਅ, ਸਾਡਾ ਗੁੱਸਾ, ਸਾਡੀ 네ਗੇਟਿਵ એનર્ਜੀ ਵੀ ਬਾਹਰ ਨਿਕਲਦੀ ਹੈ। ਓਕੇ, तो ਠੀਕ ਹੈ। ਜਿਹੜੇ ਇੱਕਦਮ ਤੁਸੀਂ ਪੈਨਿਕ ਹੋ ਜਾਂਦੇ ਹੋ, ਉਹ ਤੁਹਾਨੂੰ ਆਰਾਮ ਰਹੇਗਾ। ਠੀਕ ਹੈ। ਜਦੋਂ ਸਿੱਧੇ ਹੋਏ, ਉਸ ਦੇ ਬਾਅਦ ਜਦੋਂ ਅਸੀਂ ਸਾਹ ਲੈਣਾ ਹੈ ਅੰਦਰ, ਸਾਹ ਅੰਦਰ ਖਿੱਚਿਆ, ਇਹਨੂੰ ਅਸੀਂ ਕਹਿੰਦੇ ਆ ਪੂਰਕ ਯੋਗ ਵਿੱਚ। ਸਾਹ ਰੋਕ ਲਿੱਤਾ, ਇਹਨੂੰ ਸਾਹ ਅੰਦਰ ਰੁਕਿਆ ਹੋਇਆ ਹੈ, ਅਭਿਅੰਤਰ ਕੁੰਭਕ। ਫਿਰ ਥੋੜੀ ਦੇਰ ਸਾਹ ਰੋਕੋ, ਫਿਰ ਸਾਹ ਛੋੜੋ, ਇਹਨੂੰ ਰੇਚਕ, ਤੇ ਬਾਹਰ ਸਾਹ ਰੋਕੋ, ਬਾਹਯ ਕੁੰਭਕ। ਇੰਨਾ ਕਰਨ ਦੇ ਨਾਲ ਹੀ ਤੁਹਾਨੂੰ ਇੱਕਦਮ ਸ਼ਾਂਤੀ ਦਾ ਜਿਹੜਾ ਉਹ ਅਹਿਸਾਸ ਹੋਏਗਾ। ਓਕੇ, ਉਸ ਦੇ ਬਾਅਦ ਆਂਦਾ ਹੈ ਜਿੱਦਾਂ ਤੁਸੀਂ ਚਾਹੁੰਦੇ ਹੋ ਕਿ ਸਰੀਰ 'ਚ ਇਕੁਲਿਬ੍ਰੀਅਮ, ਜਿੱਦਾਂ ਤੁਸੀਂ ਕਿਹਾ ਗੁੱਸਾ ਮੈਂ ਹੋ ਗਈ, ਪੈਨਿਕ ਹੋ ਗਈ, ਮੈਂ ਬੈਲੈਂਸ ਕਰਨਾ ਸਰੀਰ ਨੂੰ। ਤੇ ਜੋ ਵੀ ਮੁਦਰਾ ਲੈਣੀ ਹੈ, ਜਿਹੜੀ ਇਹ ਟੈਕਨੀਕ ਹੈ, ਇਹ ਹਰ ਮੁਦਰਾ ਵਾਸਤੇ ਅਪਲਾਈ ਹੋ ਰਹੀ ਹੈ। ਅਗਰ ਤੁਸੀਂ ਸਭ ਤੋਂ ਪਹਿਲਾਂ ਜਦੋਂ ਬੈਠੇ ਹੋ, ਤੁਸੀਂ ਪਹਿਲੇ ਹੁਣ ਮਨ 'ਚ ਸੋਚੋ ਕਿ ਮੈਂ ਕਿਹੜੀ ਮੁਦਰਾ ਵਾਸਤੇ ਆਪਣੀ ਜਗ੍ਹਾ ਬਣਾਉਣੀ ਹੈ, ਕਿ ਮੈਂ ਮਨ ਨੂੰ ਸ਼ਾਂਤ ਕਰਨਾ ਹੈ, ਕਿ ਮੈਂ ਬਲੱਡ ਪ੍ਰੈਸ਼ਰ ਲੋ ਕਰਨਾ ਹੈ, ਕੋਲੇਸਟ੍ਰੋਲ ਘਟਾਉਣਾ ਹੈ। ਪਹਿਲੇ ਜਗ੍ਹਾ ਤੇ ਬਣਾਓ ਮਨ 'ਚ, ਉਹ ਤੁਸੀਂ ਮਨ 'ਚ ਸੋਚ ਲਿੱਤਾ। ਕਹਿੰਦੇ ਜਦੋਂ ਅਸੀਂ, ਸਾਡੇ ਮਨ ਦੀ ਇੰਨੀ ਸ਼ਕਤੀ ਹੈ, ਜੋ ਅਸੀਂ ਅੰਦਰ ਸੋਚਦੇ ਹਾਂ ਉਵੇਂ ਹੀ ਸਾਰਾ ਕੁਝ ਬਾਹਰ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਡਾ ਅੰਦਰ ਅੱਛਾ ਹੈ, ਸਭ ਕੁਝ ਅੰਦਰ, ਬਾਹਰ ਨਹੀਂ, ਹੈ ਨਾ। ਤੇ ਬਾਹਰ ਵੀ ਸਭ ਚੀਜ਼ਾਂ ਅੱਛੀ ਹੋ ਜਾਂਦੀਆਂ। ਤੇ ਮਨ ਤੁਸੀਂ ਆਰਾਮ ਨਾਲ ਬੈਠੋ। ਫਿਰ ਜਿਹੜਾ ਪਹਿਲਾ, ਜਦੋਂ ਅਸੀਂ ਇਕੁਲਿਬ੍ਰੀਅਮ ਬਣਾਉਣਾ ਹੈ, ਬੈਲੈਂਸ ਬਣਾਉਣਾ ਹੈ, ਤੇ ਜਸਟ ਮੁਦਰਾ ਜਿਹੜੀ ਹੈ ਉਹਦੇ ਉੱਪਰ ਫੋਕਸ ਕਰਨਾ ਹੈ ਕਿ ਪੁਆਇੰਟ ਮੈਂ ਇਹ ਫੀਲ ਕਰਨਾ ਹੈ। ਠੀਕ ਹੈ। ਇਸ ਨਾਲ ਹੀ ਤੁਹਾਡਾ ਜਿਹੜਾ ਇਕੁਲਿਬ੍ਰੀਅਮ ਹੋ ਜਾਏਗਾ। ਹੁਣ ਤੁਸੀਂ ਚਾਹੁੰਦੇ ਹੋ ਕਿ ਮੈਂ ਜਿਹੜਾ ਹੈ ਬਹੁਤ ਸਟ੍ਰੈਸ ਆਊਟ ਹੋ ਕੇ ਆਇਆ, ਮੈਂ ਥੱਕ ਗਿਆ, ਮੈਂ ਕਾਮ ਚਾਹਨਾ। ਠੀਕ ਹੈ। ਤੇ ਉਸ ਕੇਸ ਵਿੱਚ ਤੁਸੀਂ ਕੀ ਕਰੋਗੇ, ਸਾਹ ਨੂੰ ਜਦੋਂ ਬਾਹਰ ਛੱਡੋਗੇ ਤਾਂ ਮੁਦਰਾ ਨੂੰ ਪ੍ਰੈਸ ਕਰੋਗੇ। ਅੱਛਾ ਜੀ। ਜਦੋਂ ਸਾਹ ਨੂੰ ਅੰਦਰ ਕਰੋਗੇ ਤੇ ਰਿਲੈਕਸ ਕਰੋਗੇ। ਸਾਹ ਬਾਹਰ ਛੱਡੋ, ਪ੍ਰੈਸ਼ਰ ਦੋ, ਸਾਹ ਅੰਦਰ ਕਰੋ, ਰਿਲੈਕਸ। ਇਸ ਨਾਲ ਬਾਡੀ ਇੱਕਦਮ ਕਾਮ ਹੋ ਜਾਏਗੀ। ਓਕੇ। ਔਰ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਵਿਲ ਪਾਵਰ ਵਧਾਣੀ ਹੈ, ਹਾਂਜੀ, ਤੇ ਉਹਦੇ ਵਾਸਤੇ ਇਹਦਾ ਆਪੋਜ਼ਿਟ ਕਰਨਾ ਹੈ। ਸਾਹ ਅੰਦਰ ਲੈਣਾ ਹੈ ਤੇ ਮੁਦਰਾ ਨੂੰ ਪ੍ਰੈਸ ਕਰਨਾ ਹੈ, ਸਾਹ ਬਾਹਰ ਛੱਡਣਾ ਹੈ ਤੇ ਰਿਲੈਕਸ ਕਰਨਾ ਹੈ। ਇਸ ਨਾਲ ਤੁਹਾਡੀ ਵਿਲ ਪਾਵਰ ਵਧੇਗੀ। ਤੁਹਾਨੂੰ ਲੱਗ ਰਿਹਾ ਹੈ ਕਿ ਮੈਂ ਥੱਕ ਗਿਆ ਹਾਂ, ਮੈਨੂੰ ਰਿਲੈਕਸੇਸ਼ਨ ਚਾਹੀਦੀ, ਤੇ ਸਲੋ ਬਰੀਥਿੰਗ ਕਰੋ। ਅਗਰ ਬਹੁਤ ਜ਼ਿਆਦਾ ਤੁਹਾਨੂੰ એનર્ਜੀ ਚਾਹੀਦੀ ਹੈ, ਸਾਹ ਤੇਜ਼ ਕਰ ਲਓ, ਤੁਹਾਨੂੰ એનર્ਜੀ ਆ ਜਾਏਗੀ। ਕੌਨਫੀਡੈਂਸ ਲਈ ਇੱਕ ਗਣੇਸ਼ ਮੁਦਰਾ। ਓਕੇ। ਰਾਈਟ ਹੱਥ ਨੂੰ ਚੈਸਟ ਦੇ ਅੱਗੇ ਰੱਖ ਕੇ ਲੈਫਟ ਹੈਂਡ ਨੂੰ ਇੰਟਰਲੌਕ ਕਰਨਾ ਹੈ। ਓਕੇ। ਸਾਹ ਅੰਦਰ ਲੈਣਾ ਹੈ, ਹੱਥ ਨੂੰ ਢਿੱਲਾ ਛੱਡਣਾ ਹੈ। ਸਾਹ ਛੱਡਦੇ ਹੋਏ ਸਟ੍ਰੈਚ, ਇਨਹੇਲ, ਰਿਲੈਕਸ, ਐਕਸੇਲ, ਸਟ੍ਰੈਚ। ਓਕੇ, ਜਦੋਂ ਛੱਡਣਾ ਹੈ ਉਦੋਂ ਸਟ੍ਰੈਚ ਕਰ ਦੇਣਾ। ਤੇ ਇਹਨੂੰ ਦੂਸਰੀ ਤਰਫੋਂ ਵੀ ਕਰ ਸਕਦੇ ਆ। ਓਕੇ। ਤੇ ਇਹ ਮੁਦਰਾ ਇੱਕ ਤੇ ਕੌਨਫੀਡੈਂਸ ਵਧਾਉਂਦੀ ਹੈ, ਨਾਲ ਹਾਰਟ ਪੇਸ਼ੈਂਟ ਵਾਸਤੇ ਵੀ ਬਹੁਤ ਅੱਛੀ ਹੈ, ਦਮੇ ਦੇ ਪੇਸ਼ੈਂਟ ਵਾਸਤੇ ਵੀ ਬਹੁਤ ਅੱਛੀ ਹੈ। ਸਾਡੀ ਬਲੌਕੇजेस ਨੂੰ ਓਪਨ ਕਰਦੀ ਹੈ। ਤੇ ਜਿਹੜੇ ਦਮੇ ਦੇ ਜਾਂ ਹਾਰਟ ਦੇ ਮਰੀਜ਼ ਹੈ, ਉਹ ਰੈਗੂਲਰ ਇਹ ਮੁਦਰਾ ਦੀ ਪ੍ਰੈਕਟਿਸ ਕਰਨ। ਠੀਕ ਹੈ। ਸਮਾਂ ਬਹੁਤ ਥੋੜਾ ਰਹਿ ਗਿਆ, ਜਾਂਦੇ ਜਾਂਦੇ 2-4 ਸਵਾਲ ਜਿਹੜੇ ਹੈਗੇ ਉਹ ਵੀ ਫਟਾਫਟ ਮੈਂ ਪੁੱਛ ਲਵਾਂ ਕਿ ਟਾਈਮ ਕਿਹੜਾ ਬੈਸਟ ਰਹੇਗਾ ਮੁਦਰਾ ਕਰਨ ਲਈ? ਜਿਹੜਾ ਸਵੇਰੇ ਜਦੋਂ ਸੋ ਕੇ ਉੱਠਦੇ ਹੋ ਉਹ ਟਾਈਮ, ਇੱਕ ਰਾਤੀ ਸੌਣ ਤੋਂ ਪਹਿਲਾਂ। ਤੇ ਕੋਸ਼ਿਸ਼ ਕਰੋ ਕਿ ਇੱਕ ਪਾਰਟਿਕੂਲਰ ਟਾਈਮ ਰੱਖੋ। ਓਕੇ। ਇੱਕ ਰੂਟੀਨ ਰੱਖੋ, ਉਸੇ ਟਾਈਮ ਤੇ ਕਰੋ ਤੇ ਉਹਦਾ ਜ਼ਿਆਦਾ ਬੈਨੀਫਿਟ ਹੈ।
ਕਿੰਨੇ ਕੁ ਦੇਰ ਤੱਕ ਆਪਾਂ ਕਰੀਏ, ਮਤਲਬ ਕਿੰਨੇ ਡੇਜ਼ ਕਰੀਏ ਜਾਂ ਮੰਥ ਸਾਨੂੰ ਕਰਨੀਆਂ ਚਾਹੀਦੀਆਂ ਨੇ ਮੁਦਰਾਵਾਂ? ਇਹ ਸਾਨੂੰ ਰਿਜ਼ਲਟ ਆਣਾ ਸ਼ੁਰੂ ਹੋ ਉਮਰ ਕਰਨੀ ਚਾਹੀਦੀ ਹੈ। ਅੱਛਾ, ਜਿਸ ਤਰ੍ਹਾਂ ਅਸੀਂ ਕਹਿੰਦੇ ਆ ਤੁਸੀਂ ਟੂਥਬ੍ਰਸ਼ ਕਿੰਨੇ ਟਾਈਮ ਕਰੋਗੇ, ਪੂਰੀ ਉਮਰ ਹੀ ਕਰਨਾ ਹੈ ਨਾ। तो we cannot afford the luxury without ਮੁਦਰਾ, without yoga ਅਸੀਂ ਜੀ ਨਹੀਂ ਸਕਦੇ, ਅਸੀਂ ਅਫੋਰਡ ਹੀ ਨਹੀਂ ਕਰ ਸਕਦੇ। ਇਹ ਸਟੇਟਮੈਂਟ ਮਨ ਚ ਅਸੀਂ ਧਾਰ ਕੇ ਰੱਖੀਏ ਕਿ ਯੋਗਾ ਦੇ ਬਿਨਾ ਸਾਡਾ ਜੀਵਨ ਹੀ ਨਹੀਂ ਹੈ। ਹਾਂ ਬਿਲਕੁਲ, ਤਾਂ ਹੀ ਅਸੀਂ ਚੰਗੀ ਜਿਹੜੀ ਹੈਗੀ ਆ ਉਹ ਤੰਦਰੁਸਤੀ ਵਾਲਾ ਜੀਵਨ ਜਿਹੜਾ ਉਹ ਬਤੀਤ ਕਰ ਸਕਦੇ ਆ। ਡਾਕਟਰ ਸਾਹਿਬਾ ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਆ, ਬਹੁਤ ਸਾਰੀਆਂ ਮੁਦਰਾਵਾਂ ਸਾਨੂੰ ਸਿਖਾਈਆਂ। ਉਮੀਦ ਹੈ ਸਾਡੇ ਪਿਆਰੇ ਦਰਸ਼ਕਾਂ ਨੂੰ ਵੀ ਪਸੰਦ ਆਈਆਂ ਹੋਣਗੀਆਂ। ਔਰ ਇੱਕ ਜ਼ਰੂਰੀ ਸੂਚਨਾ ਵੀ ਦਿੰਦੇ ਆ ਕਿ ਜ਼ਰੂਰ ਐਕਸਪਰਟ ਦੀ ਸਲਾਹ ਲੈ ਲਓ। ਕਿਤੇ ਟੀਵੀ ਤੇ ਦੇਖਦੇ ਆ ਜਾਂ ਤੁਸੀਂ ਸੋਸ਼ਲ ਸਾਈਟ ਤੇ ਦੇਖਦੇ ਆ ਇਹ ਮੁਦਰਾਵਾਂ ਨਾ ਕਰੋ, ਕਿਉਂਕਿ ਕਈ ਵਾਰ ਗਲਤ ਹੋ ਜਾਂਦੀਆਂ ਨੇ ਤੇ ਗਲਤ ਮੁਦਰਾਵਾਂ ਜਿਹੜੀਆਂ ਤੁਹਾਨੂੰ ਨੈਗੇਟਿਵ ਪ੍ਰਭਾਵ ਵੀ ਦੇ ਸਕਦੀਆਂ ਨੇ। ਸੋ ਹੱਸਦੇ ਰਹੋ, ਵਸਦੇ ਰਹੋ ਔਰ ਤੰਦਰੁਸਤ ਰਹੋ। ਬਹੁਤ ਬਹੁਤ ਸ਼ੁਕਰੀਆ। ਸ਼ੁਕਰੀਆ ਜੀ। ਤੇ ਜਾ ਕੇ